ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸੰਮੰਦੀ ਨੂਰ ਅਰਸਹ ਕੁਰਸਹ। ਤੁਧ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ। ਫਿੱਕਾ ਦਰਗਹ ਸੱਟੀਐ ਮੋਹਿ ਥੁੱਕਾ ਫਿੱਕੇ ਪਾਏ। ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਮਹੱਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ। 68 ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਤਿਨ ਨੇਹੋ ਲੱਗਾ ਰੱਬ ਸੇਤੀ ਦੇਖਨੇ ਵਿਚਾਰ। ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ। ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਹ। ਦਰ ਵਾਟ ਉੱਪਰ ਖਰਚ ਮੰਗਾ ਜਬੈ ਦੇ ਤਾ ਖਾਏ। ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ। ਦਰ ਲਏ ਲੇਖਾ ਪੀੜ ਛੁਟੈ ਨਾਨਕਾ ਜਿਉ ਤੇਲ। ਪੌੜੀ ਆਪੇ ਹੀ ਕਰਣਾ ਕੀਓ
ਕਲ ਆਪੇ ਹੀ ਤੈ ਧਾਰੀਐ, ਦੇਖੈ ਕੀਤਾ ਆਪਣਾ, ਧਰ ਕੱਚੀ ਪੱਕੀ ਸਾਰੀਐ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਐ। ਜਿਸ ਕੇ ਜੀਅ ਪ੍ਰਾਣ ਹੈ, ਕਿਉ ਸਾਹਿਬ ਮਨੋ ਵਿਸਾਰੀਐ। ਆਪਣ ਹੱਥੀ ਆਪਣਾ, ਆਪੇ ਹੀ ਕਾਜ ਸਵਾਰੀਐ। ਆਪਣ ਹੱਥੀ ਆਪਣਾ, ਆਪੇ ਹੀ ਕਾਜ ਸਵਾਰੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सम्मानयोग सत्कारयोग गुरु की साजी और नवाजी हुई गुरु का खास रूप गुरु खालसा साध संगत जीओ तंता दे पात्र हो। अमृत वेले तो सतगुरां दे पवित्र चरणां च हाजरियां भर के दीन दुनिया दे मालक श्री गुरु ग्रंथ साहिब जी महाराज जी दे दर्शन परस रहे हो। नौवें पातशाह धन धन श्री गुरु तेग बहादुर साहब जी महाराज जी की चरण छो प्राप्त धरती की चरण धूड़ प्राप्त कर रहे हो। श्री आसा जी की वार दे शब्द कीर्तन रागी ਸਿੰਘਾਂ ਦੀ रसना तो आप जी ने सरवण कीते हैं। अज दा पावन श्री मुखवाक सतगुरु जी ने आसा जी की वार चों बख्शिश किया है। पहले पातशाह धन धन श्री गुरु नानक देव साहब जी महाराज जी कृपा के घर विच आए हैं। तख्तां ते प्रकाशमान हुंदियां गुरुदेव ने अज दे पावन महावाक दी मुखवाक दी दात सानू सारियां नू बख्शिश कीती है। आओ जगत गुरु श्री गुरु नानक साहब जी दे पावन और पवित्र चरण कमलां नाल अपना ध्यान जोड़िए। जिवें कूंज अपने हिरदे विच सिमरती रखदी अपने बच्चों की, भावें सैकड़े कोहां ते उड़दी चली जावे, इसे तरह कूंज वत अपनी सुरती नूं गुरसिख गुरु चरनां नाल जोड़ के रखते हैं। सरीरक तौर ते कोई भी किरिया कर रहे ने, किसी भी प्रकार के कर्म च प्रवृत्त ने, पर सुरती विच गुरसिख की सुरती विच गुरु के चरनां दा ध्यान निरंतर एक रस लगातार बनिया रहिंदा है। आओ सुरत बिरत गुरुदेव के पवित्र चरनां नाल जोड़िए। हाजरी लवाओ रसना पवित्र कर दे। आखो जी सतनाम श्री वाहेगुरु साहिब जी। सतनाम श्री वाहेगुरु साहिब जी। श्लोक महला पहला। नानक फिक्कै बोलिया, तन मन फिक्का होए। श्लोक पहले पातशाह धन धन श्री गुरु नानक देव साहब जी महाराज जी ने उच्चारण किया है। गरीबनवाज फिक्का बोलण वालियां दी जो दशा हुंदी है, उन्हां दे मानसिक तौर ते जो उन्हां दे असर हुंदा है, उहदा जिक्र कर रहे हैं। फिक्का बोलण नाल की हुंदा? फिक्के बोल किस तरह दे ने? एक तां ओह बोल जिहड़े संसारी विकारी बोल ने, ओह भी फिक्के बोल ने। जदों कोई विकारां नाल भरे बोल बोलदा है तां उहदा तन ते मन दोवें विकारी होने शुरू हो जांदे हैं। जिहड़े बोल ने ये भी साडे शरीर ते साडे मन ते असर करते हैं। वो किस तरह के बोल बोल रहे हैं, उन्हां बोलों का प्रभाव
ਸਾਡੀ ਸੁਰਤੀ ਤੇ ਵੀ ਹੁੰਦਾ, ਸਾਡੇ ਸਰੀਰ ਤੇ ਵੀ ਹੁੰਦਾ। ਮੰਨ ਲਓ ਕਿ ਅਸੀਂ ਕਿਸੇ ਨਾਲ ਕੌੜਾ ਬੋਲਿਆ, ਉਹਨੂੰ ਕਹਾਂਗੇ ਫਿੱਕਾ ਬੋਲਣਾ। ਕਿਸੇ ਨੂੰ ਕੌੜਾ ਬੋਲਿਆ, ਗੁੱਸੇ ਵਿੱਚ ਆ ਕੇ ਕਿਸੇ ਨੂੰ ਅਪਸ਼ਬਦ ਕਹੇ ਨੇ, ਮਾੜੇ ਬੋਲ ਕਹੇ ਨੇ, ਕਹਿਣ ਤੋਂ ਬਾਅਦ ਸਾਡੇ ਮਨ 'ਚ ਵੀ ਪਛਤਾਵਾ ਜਿਹਾ ਹੁੰਦਾ, ਇੱਕ ਪ੍ਰਕਾਰ ਦੀ ਚੰਚਲਤਾ ਆਈ, ਜਾਂ ਇਦਾਂ ਕਹਿ ਲਈਏ ਇੱਕ ਪ੍ਰਕਾਰ ਦੀ ਘਬਰਾਹਟ ਸਾਡੇ ਮਨ ਤੇ ਵੀ ਹੁੰਦੀ ਹੈ ਤੇ ਤਨ ਤੇ ਵੀ ਹੁੰਦੀ ਹੈ। ਕਿਉਂਕਿ ਜਦੋਂ ਮਨ ਦੇ ਉੱਤੇ ਅਸਰ ਹੁੰਦਾ ਤੇ ਸਰੀਰ ਤੇ ਸੁੱਤੇ ਸਿੱਧ ਹੀ ਹੁੰਦਾ। ਜਿਵੇਂ ਇੱਕਦਮ ਮਾਨਸਿਕ ਤੌਰ ਤੇ ਅਸੀਂ ਕਿਸੇ ਪ੍ਰਕਾਰ ਦੀ ਚਿੰਤਾ 'ਚ ਹੋਈਏ ਤੇ ਸਰੀਰਕ ਤੌਰ ਤੇ ਦਿਲ ਦੀ ਜਿਹੜੀ ਧੜਕਣ ਹੈ ਉਹ ਵੱਧ ਜਾਂਦੀ ਹੈ। ਡਰ ਤਾਂ ਮਾਨਸਿਕ ਤੌਰ ਤੇ ਹੁੰਦਾ, ਪਰ ਉਸ ਡਰ ਦਾ ਅਸਰ ਇਸ ਬਾਹਰਲੇ ਸਰੀਰ ਤੇ ਵੀ ਹੁੰਦਾ। ਧੜਕਣ ਵੱਧ ਜਾਂਦੀ ਹੈ, ਸਾਹ ਤੇਜ਼ ਹੋ ਜਾਂਦੇ ਹੈ, ਕਿਉਂਕਿ ਸਰੀਰ ਤੇ ਵੀ ਉਹਦਾ ਅਸਰ ਹੁੰਦਾ। ਮਨ ਤੇ ਤਨ ਦੋਨਾਂ ਦਾ ਸੰਬੰਧ ਹੈ। ਇਸੇ ਤਰ੍ਹਾਂ ਜਦੋਂ ਮਹਾਰਾਜ ਜੀ ਕਹਿੰਦੇ ਕੋਈ ਫਿੱਕਾ ਬੋਲਦਾ ਹੈ ਤੇ ਫਿੱਕਾ ਬੋਲਣ ਨਾਲ ਉਹਦਾ ਤਨ ਤੇ ਮਨ ਦੋਵੇਂ ਫਿੱਕਾ ਪੈਂਦੇ ਨੇ, ਯਾਨੀ ਕਿ ਉਹਦੇ ਤਨ ਤੇ ਵੀ ਅਸਰ ਹੁੰਦਾ ਤੇ ਮਨ ਤੇ ਵੀ ਅਸਰ ਹੁੰਦਾ। ਉਹ ਮਨ 'ਚ ਪਛਤਾਵਾ ਕਰਦਾ ਵੀ ਮੈਂ ਕਾਹਨੂੰ ਕੌੜਾ ਬੋਲਣਾ ਸੀ। ਇੱਕ ਵਾਰੀ ਮਨ ਵਿਚਲਿਤ ਜਾ ਹੋ ਜਾਂਦਾ। ਕਿਸੇ ਨੂੰ ਤੁਸੀਂ ਗੁੱਸੇ 'ਚ ਆ ਕੇ ਕੁਝ ਬੋਲਦੇ ਹੋ, ਘੱਟੋ ਘੱਟ ਉਸ ਬੋਲੇ ਹੋਏ ਬੋਲਾਂ ਦਾ ਅਸਰ 2-4 ਘੰਟੇ ਤਾਂ ਮਨ ਤੇ ਰਹਿੰਦਾ। ਮੈਂ ਇਹ ਗੱਲ ਮੈਨੂੰ ਕਹਿਣੀ ਨਹੀਂ ਸੀ ਚਾਹੀਦੀ, ਮੈਨੂੰ ਔਖਾ ਭਾਰਾ ਨਹੀਂ ਸੀ ਹੋਣਾ ਚਾਹੀਦਾ। ਉਹ ਪਛਤਾਵਾ ਜਿਹਾ ਜਿਹੜਾ ਹੈ ਉਹ ਮਨ 'ਚ ਬਣ ਜਾਂਦਾ। ਉਹਦਾ ਅਸਰ ਤਨ ਤੇ ਵੀ ਹੋਇਆ, ਮਨ ਤੇ ਵੀ ਹੋਇਆ। ਤਦੇ ਸਤਿਗੁਰੂ ਜੀ ਕਹਿੰਦੇ ਤਨ ਤੇ ਮਨ ਦੋਵੇਂ ਹੀ ਫਿੱਕਾ ਹੋ ਗਏ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਜਦੋਂ ਫਿੱਕੇ ਬੋਲ ਬੋਲਦਾ ਹੈ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤਨ ਵੀ ਫਿੱਕਾ ਹੋ ਜਾਂਦਾ ਹੈ, ਇਹਦਾ ਮਨ ਵੀ ਫਿੱਕਾ ਹੋ ਜਾਂਦਾ ਹੈ। ਫਿੱਕੋ ਫਿੱਕਾ ਸੱਦੀਐ, ਫਿੱਕੇ ਫਿੱਕੀ ਸੋਏ। ਜਿਹੜਾ ਉਹ ਫਿੱਕਾ ਬੋਲ ਬੋਲਣ ਵਾਲਾ ਬੰਦਾ ਹੈ, ਮਹਾਰਾਜ ਜੀ ਕਹਿੰਦੇ ਉਹਨੂੰ ਸੰਸਾਰ ਦੇ ਵਿੱਚ ਫਿਰ ਫਿੱਕਾ ਹੀ ਸੱਦਿਆ ਜਾਂਦਾ। ਲੋਕ ਕਹਿਣ ਲੱਗ ਪੈਂਦੇ ਫਲਾਣੇ ਬੰਦੇ ਦੀ ਬੋਲ ਬਾਣੀ ਬੜੀ ਮਾੜੀ ਹੈ, ਉਹਨੂੰ ਉਸੇ ਤਰ੍ਹਾਂ ਕਹਿੰਦੇ ਜੀ ਉਹ ਤਾਂ ਬੋਲ ਵਿਗਾੜ ਹੈ, ਉਹਨੂੰ ਬੋਲਣ ਦਾ ਚੱਜ ਕੋਈ ਨਹੀਂ, ਉਹਨੂੰ ਤਾਂ ਬੋਲਣ ਦੀ ਅਕਲ ਕੋਈ ਨਹੀਂ। ਜਿਹੜਾ ਫਿੱਕੇ ਬੋਲ ਬੋਲਦਾ ਲੋਕਾਂ ਦੇ ਵਿੱਚ ਉਹਦੀ ਸੋਏ ਉਸੇ ਤਰ੍ਹਾਂ ਦੀ ਫਿੱਕੀ ਹੋ ਜਾਂਦੀ ਹੈ। ਸੋਏ ਦਾ ਮਤਲਬ ਹੁੰਦਾ ਸੋਭਾ, ਉਹਦੀ ਸੋਭਾ ਵੀ ਫਿੱਕੀ ਹੁੰਦੀ ਹੈ। ਯਾਨੀ ਕਿ ਉਹਦੀ ਜਿਹੜੀ ਕਨਸੋਹ ਹੈ ਲੋਕਾਂ ਦੇ ਵਿੱਚ ਇਸ ਤਰ੍ਹਾਂ ਚੱਲਦੀ ਹੈ ਵੀ ਫਲਾਣਾ ਬੰਦਾ ਬੜੇ ਮਾੜੇ ਭੈੜੇ ਬੋਲ ਬੋਲਣ ਵਾਲਾ ਹੈ ਤੇ ਬੜਾ ਕੁਰਖਤ ਹੈ, ਬੜੇ ਉਹਨੂੰ ਬੋਲਣ ਦਾ ਪਤਾ ਹੀ ਨਹੀਂ ਕੀ ਬੋਲਣਾ। ਉਹਨਾਂ ਲੋਕਾਂ ਵਾਸਤੇ ਇਹ ਕਹਾਵਤ ਬਣਾਈ ਹੋਈ ਹੈ ਸਿਆਣਿਆਂ ਨੇ, ਕਹਿੰਦੇ ਮੁਰਦਾ ਬੋਲੇ ਤੇ ਖੱਫਣ ਪਾੜੇ। ਜੀ ਉਹ ਤਾਂ ਬੰਦਾ ਇਹੋ ਜਿਹਾ, ਜਿਹੜਾ ਬੰਦਾ ਫਿੱਕਾ ਬੋਲਦਾ ਨਾ, ਲੋਕ ਉਹਦੇ ਵਾਸਤੇ ਕਹਾਵਤ ਸੁਣਾਉਂਦੇ ਆ, ਕਹਿੰਦੇ ਜੀ ਮੁਰਦਾ ਬੋਲੇ ਤੇ ਖੱਫਣ ਪਾੜੇ। ਉਹਦੀ ਸੋਭਾ ਵੀ ਫਿੱਕੀ ਹੈ ਸੰਸਾਰ 'ਚ। ਉਹਨੂੰ ਫਿਰ ਜਿਹੋ ਜਿਹਾ ਉਹਦਾ ਕਿਰਦਾਰ ਹੁੰਦਾ, ਬੋਲ ਬਾਣੀ ਹੁੰਦੀ ਹੈ, ਉਹਦਾ ਨਾਮ ਵੀ ਉਸੇ ਤਰ੍ਹਾਂ ਦਾ ਹੀ ਫਿਰ ਸਦਾਇਆ ਜਾਂਦਾ। ਉਸੇ ਤਰ੍ਹਾਂ ਹੀ ਲੋਕ ਉਹਨੂੰ ਫਿੱਕਾ ਹੀ ਸੱਦਦੇ ਆ, ਕੜਵਾਹਟ ਭਰਿਆ ਬੰਦਾ ਹੀ ਉਹਨੂੰ ਕਹਿੰਦੇ ਆ। ਹਾਂਜੀ, ਫਿੱਕਾ ਦਰਗਹਿ ਸਟੀਐ, ਮੋਹਿ ਥੁੱਕਾ ਫਿੱਕੇ ਪਾਏ। ਤੇ ਕਹਿੰਦੇ ਇਹੋ ਜਿਹਾ ਜਿਹੜਾ ਫਿੱਕੇ ਬੋਲ ਬੋਲਣ ਵਾਲਾ ਵਿਅਕਤੀ ਆ, ਉਹ ਨਿਰੰਕਾਰ ਦੀ ਦਰਗਾਹ ਦੇ ਵਿੱਚੋਂ ਧੱਕੇ ਮਾਰ ਕੇ ਸੁੱਟ ਦਿੱਤਾ ਜਾਂਦਾ ਹੈ ਕਿ ਇਹਨੂੰ ਅਕਾਲ ਪੁਰਖ ਦੀ ਦਰਗਾਹ ਵਿੱਚ ਸਨਮਾਨ ਪ੍ਰਾਪਤ ਨਹੀਂ ਹੋਣਾ। ਇਸ ਬੰਦੇ ਨੇ ਸਾਰੀ ਜ਼ਿੰਦਗੀ ਫਿੱਕੇ ਬੋਲ 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 ਕੇ ਲੋਕਾਂ ਦੇ ਦਿਲ ਦੁਖਾਏ ਹੈ। ਪਾਤਸ਼ਾਹ ਕਹਿੰਦੇ ਜੇ ਤੈਨੂੰ ਉਸ ਪਰਮਾਤਮਾ ਨੂੰ ਮਿਲਣ ਦੀ ਸਿੱਖ ਹੈ, ਜੇ ਤੂੰ ਚਾਹੁੰਦਾ ਹੈ ਕਿ ਤੂੰ ਉਸ ਪਰਮੇਸ਼ਰ ਨੂੰ ਮਿਲੇ, ਤਾਂ ਸੱਜਣਾ ਕਦੇ ਕਿਸੇ ਦਾ ਦਿਲ ਨਾ ਦੁਖਾਈ, ਕਿਉਂਕਿ ਉਹ ਪਰਮਾਤਮਾ ਜਿਹੜਾ ਸਾਰਿਆਂ ਦਾ ਲਾਲ ਪਿਆਰਾ ਹੈ, ਉਹ ਸਭ ਦਿਆਂ ਦਿਲਾਂ ਦੇ ਵਿੱਚ ਦਿਲਾਂ ਦਾ ਮਹਿਰਮ ਬਣ ਕੇ ਵਸਦਾ ਹੈ। ਜੇ ਤੈਨੂੰ ਪਰਮੇਸ਼ਰ ਨੂੰ ਮਿਲਣ ਦੀ ਸਿੱਖ ਹੈ ਤਾਂ ਹਿਆਓ ਨਾ ਠਾਹੇ ਕਹੀ ਦਾ।
ਫਿਰ ਕਿਸੇ ਨੂੰ ਮਾੜਾ ਨਾ ਬੋਲੀ, ਕੜਵਾ ਨਾ ਬੋਲੀ, ਕਿਸੇ ਦਾ ਦਿਲ ਨਾ ਦੁਖਾਈ। ਜਿਹੜੇ ਸਾਰੀ ਜ਼ਿੰਦਗੀ ਕੜਵੇ ਭੈੜੇ ਬੋਲ 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 ਕੇ ਲੋਕਾਂ ਦੇ ਦਿਲ ਦੁਖਾਉਂਦੇ ਐ, ਪਰਮਾਤਮਾ ਦੀ ਦਰਗਾਹ ਵਿੱਚੋਂ ਧੱਕੇ ਮਾਰ ਕੇ ਉਹਨਾਂ ਨੂੰ ਸੁੱਟ ਦਿੱਤਾ ਜਾਂਦਾ। ਉਹਨਾਂ ਨੂੰ ਅਕਾਲ ਪੁਰਖ ਦੀ ਦਰਗਾਹ ਵਿੱਚ ਮਾਣ ਆਦਰ ਸਤਿਕਾਰ ਪ੍ਰਾਪਤ ਨਹੀਂ ਹੁੰਦਾ। ਮੋਹੇ ਥੁੱਕਾਂ ਫਿੱਕੋ ਪਾਏ। ਇਹੋ ਜਿਹੇ ਫਿੱਕੇ ਬੋਲ ਬੋਲਣ ਵਾਲਿਆਂ ਦੇ ਮੁਖ ਦੇ ਉੱਤੇ ਲਾਹਨਤਾਂ ਤੇ ਤਰਕਾਰਾਂ ਦਾ ਥੁੱਕ ਪੈਂਦਾ। ਉਹਦੇ ਚਿਹਰੇ ਤੇ ਲਾਹਨਤਾਂ ਦਾ ਤਰਕਾਰਾਂ ਦਾ ਜਿਹੜਾ ਥੁੱਕ ਹੈ ਉਹ ਪੈਂਦਾ ਇਹੋ ਜਿਹੇ ਫਿੱਕੇ ਬੋਲ ਬੋਲਣ ਵਾਲਿਆਂ ਤੇ। ਫਿੱਕਾ ਮੂਰਖ ਆਖੀਐ ਪਾਣਾ ਲਹੈ ਸਜਾਏ। ਜਿਹੜਾ ਫਿੱਕੇ ਬੋਲ ਬੋਲਣ ਵਾਲਾ ਮਨੁੱਖ ਹੈ ਉਹਨੂੰ ਮੂਰਖ ਕਿਹਾ ਜਾਂਦਾ। ਉਹਨੂੰ ਇੱਥੇ ਤੇ ਉੱਥੇ ਦੋਹਾਂ ਜਹਾਨਾਂ ਵਿੱਚ ਜੁੱਤੀਆਂ ਦੀ ਮਾਰ ਪੈਂਦੀ। ਪਾਣਾ ਕਹਿੰਦੇ ਨੇ ਜੁੱਤੀ ਨੂੰ, ਪੈਰ ਦੀ ਜੁੱਤੀ ਨੂੰ ਕਹਿੰਦੇ ਆ ਪਾਣਾ। ਮਹਾਰਾਜ ਜੀ ਕਹਿੰਦੇ ਜੁੱਤੀਆਂ ਦੀ ਸਜ਼ਾ ਮਿਲਦੀ ਹੈ ਇਹੋ ਜਿਹੇ ਫਿੱਕੇ ਬੋਲ ਬੋਲਣ ਵਾਲਿਆਂ ਨੂੰ। ਇੱਥੇ ਵੀ ਜੁੱਤੀਆਂ ਪੈਂਦੀਆਂ, ਅੱਗੇ ਵੀ ਜੁੱਤੀਆਂ ਖਾਂਦੇ ਆ। ਇੱਕ ਸੱਜਣ ਤੁਰਿਆ ਜਾਂਦਾ ਸੀ, ਥੋੜੇ ਜਿਹੇ ਚਾਵਲ ਉਹਨੇ ਆਪਣੀ ਗਲ 'ਚ ਪਾਏ, ਇੱਕ ਕੱਪੜੇ ਦੇ ਵਿੱਚ ਕੰਧ 'ਚ ਬੱਧੇ ਹੋਏ ਸੀ। ਭੁੱਖ ਲੱਗੀ ਤੇ ਰਸਤੇ 'ਚ ਇੱਕ ਪਿੰਡ 'ਚ ਇੱਕ ਮਾਈ ਦੇ ਘਰ ਰੁਕਿਆ। ਉਹਨੂੰ ਕਹਿਣ ਲੱਗਾ, ਭੈਣ ਆ ਥੋੜੇ ਜਿਹੇ ਚੌਲ ਨੇ ਮੇਰੇ ਕੋਲ, ਜੇ ਤੂੰ ਰਿੰਨ ਦੇਵੇਂ, ਇਹਦੀ ਖਿਚੜੀ ਬਣਾ ਦੇਵੇਂ ਜਾਂ ਇਹਨੂੰ ਰਿੰਨ ਦੇਵੇਂ ਤੇ ਮੈਂ ਖਾ ਲਵਾਂ। ਉਹ ਕਹਿਣ ਲੱਗੀ, ਬਹਿ ਜਾ। ਇਹਨੂੰ ਬਿਠਾ ਲਿਆ, ਚਾਵਲ ਲੈ ਕੇ ਇਹਦੇ ਕੋਲੋਂ ਪਤੀਲੇ 'ਚ ਪਾ ਕੇ ਰੱਖ ਦਿੱਤੇ। ਇਹਦੀ ਨਿਗਾਹ ਵਿਹੜੇ ਵਿੱਚ ਪਈ ਤੇ ਇੱਕ ਛੋਟਾ ਜਿਹਾ ਬਰਾਂਡਾ ਸੀ। ਉਹਦਾ ਦਰਵਾਜ਼ਾ ਛੋਟਾ, ਬਰਾਂਡਾ ਅੰਦਰੋਂ ਵੱਡਾ ਤੇ ਅੰਦਰ ਮੱਝ ਬੱਧੀ ਹੋਈ। ਅਕਸਰ ਪਿੰਡਾਂ ਨਗਰਾਂ ਵਿੱਚ ਘਰਾਂ ਵਿੱਚ ਪਸ਼ੂ ਰੱਖਦੇ ਐ। ਤੋ ਮੱਝ ਬੱਧੀ ਵੇਖ ਕੇ ਇਹਦੇ ਮਨ 'ਚ ਖਿਆਲ ਆਇਆ ਵੀ ਮੱਝ ਏਡੀ ਵੱਡੀ ਹੈ ਤੇ ਬਰਾਂਡੇ ਦਾ ਦਰਵਾਜ਼ਾ ਛੋਟਾ ਹੈ ਤੇ ਮੱਝ ਬਾਹਰ ਅੰਦਰ ਕਿਵੇਂ ਕੱਢਦੇ ਨੇ। ਪੁੱਛਣਾ ਤਾਂ ਇਦਾਂ ਸੀ, ਪਰ ਉਹਦੇ ਬੋਲ ਬਾਣੀ ਉਦਾਂ ਦਾ ਸੀ, ਸੁਭਾਅ ਉਦਾਂ ਦਾ ਸੀ। ਬੋਲਿਆ, ਕਹਿਣ ਲੱਗਾ, ਭੈਣੇ ਜੇ ਤੁਹਾਡੀ ਇਹ ਮੱਝ ਮਰ ਗਈ ਤੇ ਇਹਨੂੰ ਬਾਹਰ ਕਿਵੇਂ ਕੱਢੋਗੇ? ਦਰਵਾਜ਼ਾ ਤਾਂ ਛੋਟਾ ਜਿਹਾ। ਉਹ ਕਹਿਣ ਲੱਗੀ, ਭਰਾ ਸ਼ੁਭ ਸ਼ੁਭ ਬੋਲ, ਸਾਡਾ ਮਾਲ ਡੰਗਰ ਹੈ, ਤੈਨੂੰ ਮੈਂ ਚਾਵਲ ਬਣਾ ਕੇ ਦੇਣ ਲੱਗੀ ਆ ਤੇ ਤੂੰ ਸਾਡੇ ਘਰ ਆ ਕੇ ਸਾਡੀ ਮੱਝ ਮਰਨ ਦੀ ਗੱਲ ਕਰਦਾ। ਇਹ ਸਾਡਾ ਮਾਲ ਧਨ ਹੈ। ਉਹ ਕਹਿੰਦਾ, ਨਹੀਂ ਨਹੀਂ, ਮੈਂ ਤਾਂ ਉਦਾਂ ਪੁੱਛਦਾ ਵੀ ਬਰਾਂਡੇ ਦਾ ਦਰਵਾਜ਼ਾ ਛੋਟਾ ਹੈ, ਜੇ ਤੁਹਾਡੀ ਇਹ ਮੱਝ ਮਰ ਗਈ ਤੇ ਇਹਨੂੰ ਬਾਹਰ ਕਿਵੇਂ ਕੱਢੋਗੇ? ਉਹ ਕਹਿੰਦੀ, ਤੂੰ ਚੁੱਪ ਨਹੀਂ ਕਰਦਾ, ਫਿਰ ਬੋਲੀ ਜਾਨਾ। ਉਹ ਕਹਿੰਦਾ, ਭੈਣ ਤੂੰ ਤਾਂ ਗੁੱਸਾ ਕਰੀ ਜਾਨੀ ਆ, ਮੈਂ ਫਿਰ ਉਦਾਂ ਹੀ ਪੁੱਛਦਾ ਵੀ ਜੇ ਮੱਝ ਮਰ ਗਈ, ਦਰਵਾਜ਼ਾ ਛੋਟਾ ਹੈ, ਬਾਹਰ ਕਿਵੇਂ ਕੱਢੋਗੇ? ਹਾਲੇ ਚਾਵਲ ਅੱਧੇ ਕ ਰਿੰਨੇ ਸੀ, ਅੱਧੇ ਕ ਕੱਚੇ ਸੀ। ਉਹਨੇ ਪਤੀਲਾ ਚੁੱਕਿਆ, ਕਹਿੰਦੀ, ਕਰ ਕੱਪੜਾ ਉਰੇ ਤੇ ਲੈ ਆਪਣੇ ਚਾਵਲ ਇਥੋਂ ਡੰਡੀ ਹੋ ਜਾ, ਚੱਲਦਾ ਬਣ ਇਥੋਂ। ਇਹਨੇ ਉਹਦੇ ਕੱਪੜਾ ਜਿਹੜਾ ਪਿਆ ਹੋਇਆ ਸੀ ਗਲ 'ਚ, ਉਹਦੇ 'ਚ ਚਾਵਲ ਪਾਏ ਤੇ ਤੁਰ ਪਿਆ ਬਾਹਰ। ਕੋਈ ਸੱਜਣ ਮਿਲਿਆ, ਕਹਿਣ ਲੱਗਾ ਵੀ ਇਹ ਤੇਰੀ ਝੋਲੀ 'ਚੋਂ ਕੀ ਚੋਂਦਾ? ਕਹਿੰਦਾ, ਜ਼ੁਬਾਨ ਦਾ ਰਸ ਚੋਂਦਾ। ਕਹਿਣ ਤੋਂ ਭਾਵ ਜਿਹੜਾ ਫਿੱਕਾ ਬੋਲਦਾ ਹੈ, ਜਿਹਦੇ ਬੋਲ ਬਾਣੀ ਦੇ ਵਿੱਚ ਕੜਵਾਹਟ ਹੈ, ਉਹਨੂੰ ਇੱਥੇ ਵੀ ਪਾਣਾ ਕਹਿੰਦੇ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਜੁੱਤੀਆਂ ਪੈਂਦੀਆਂ ਤੇ ਅੱਗੇ ਵੀ ਜੁੱਤੀਆਂ ਹੀ ਖਾਂਦੇ ਜੰਮਾਂ ਦੀਆਂ। ਪਾਣਾ ਲਹੈ ਸਜਾਏ ਕਹਿੰਦੇ। ਫਿਰ ਉਹਨੂੰ ਜੁੱਤੀਆਂ ਦੀ ਸਜ਼ਾ ਜਿਹੜੀ ਇੱਥੇ ਵੀ ਪੈਂਦੀ ਹੈ ਤੇ ਅੱਗੇ ਵੀ ਉਹ ਧੱਕੇ ਹੀ ਖਾਂਦੇ ਆ, ਜਿਨ੍ਹਾਂ ਨੇ ਫਿੱਕੇ ਬੋਲ ਬੋਲਣੇ ਹੁੰਦੇ ਆ, ਭੈੜੇ ਬੋਲ ਬੋਲਣੇ ਹੁੰਦੇ ਆ। ਫਿੱਕਾ ਮੂਰਖ ਆਖੀ ਹੈ, ਜਿਹੜਾ ਫਿੱਕੇ ਬੋਲ ਬੋਲਦਾ ਉਹ ਮੂਰਖ ਆਖਿਆ ਜਾਂਦਾ। ਪਾਣਾ ਲਹੈ ਸਜਾਏ ਕਹਿੰਦੇ ਇੱਥੇ ਉੱਥੇ ਦੋਹਾਂ ਜਹਾਨਾਂ ਵਿੱਚ ਉਹਨਾਂ ਨੂੰ ਜੁੱਤੀਆਂ ਦੀ ਸਜ਼ਾ ਮਿਲਦੀ ਹੈ, ਭਾਵ ਉਹਨਾਂ ਨੂੰ ਤਾੜਨਾ ਹੁੰਦੀ ਹੈ। ਮਹੱਲਾ ਪਹਿਲਾ।
ਅੰਦਰ ਹੋ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ। ਅੰਦਰੋਂ ਝੂਠੇ, ਅੰਦਰੋਂ ਰੱਜ ਕੇ ਝੂਠੇ ਤੇ ਬਾਹਰੋਂ ਸੱਚੇ ਹੋਣ ਦਾ ਟਕਵੰਜ ਕਰਦੇ ਦੁਨੀਆ 'ਚ। ਫੈਲਾਓ ਕੀ ਕਰਦੇ ਆ ਕਿ ਸਾਡੇ ਵਰਗਾ ਸੱਚਾ ਸੁੱਚਾ ਬੰਦਾ ਕੋਈ ਨਹੀਂ। ਬਾਹਰ ਆਪਣੀ ਪੈਜ ਬਣਾਉਣ ਲਈ ਨਾ ਵੀ ਮੇਰੀ ਇੱਜ਼ਤ ਹੈ, ਮੇਰੀ ਸੋਭਾ ਹੋਵੇ, ਉਹਦੇ ਲਈ ਬਾਹਰ ਸੱਚੇ ਹੋਣ ਦਾ ਫੈਲਾਓ ਕਰਦੇ ਆ। ਫੈਲ ਦਾ ਮਤਲਬ ਫੈਲਾਓ ਕਰਨਾ ਸੰਸਾਰ 'ਚ, ਹੋਰ ਵਿਖਾਣਾ, ਅੰਦਰੋਂ ਹੋਰ ਹੋਣਾ, ਬਾਹਰੋਂ ਹੋਰ ਵਿਖਾਣਾ। ਇਹ ਬਿਰਤੀ ਦੇ ਲੋਕ ਸੰਸਾਰ 'ਚ ਕਲਯੁਗ 'ਚ ਵੱਧ ਨੇ। ਅੰਦਰੋਂ ਝੂਠੇ, ਬਾਹਰੋਂ ਪੈਜ ਬਣਾਉਣ ਵਾਸਤੇ, ਆਪਣੀ ਇੱਜ਼ਤ ਬਣਾਉਣ ਵਾਸਤੇ ਹੋਰ ਤਰੀਕੇ ਨਾਲ ਸੱਚੇ ਹੋਣ ਦਾ ਫੈਲਾਓ ਕਰਨਾ ਕਿ ਮੇਰੇ ਵਰਗਾ ਕੋਈ ਸੱਚਾ ਸੁੱਚਾ ਬੰਦਾ ਕੋਈ ਨਹੀਂ। ਪੂਰੇ ਸੰਸਾਰ ਦੀ ਝੂਠ ਇਹਨੇ ਨਹੀਂ ਛੱਡੀ। ਅੰਦਰੋਂ ਬਾਹਰੋਂ ਸੁੱਚੇ ਹੋਣ ਦਾ ਟਕਵੰਜ ਕਰਦਾ ਹੈ, ਬਾਹਰੋਂ ਸ਼ੁੱਧ ਹੋਣ ਦਾ ਟਕਵੰਜ ਕਰਦਾ। ਇਹ ਕਲਯੁਗ ਦੇ ਮਨੁੱਖਾਂ ਦੀ ਫਿਤਰਤ ਹੈ। ਗੁਰੂ ਖਾਲਸਾ ਜੀ, ਅਸੀਂ ਸਾਰੇ ਆਪਣੇ ਅੰਦਰ ਜੇ ਝਾਤੀ ਮਾਰ ਕੇ ਵੇਖੀਏ, ਆਪਣੇ ਸਵੈ ਦੀ ਪੜਚੋਲ ਕਰਕੇ ਆਪਣੇ ਆਪੇ ਨੂੰ ਨਿਗਾਹ ਮਾਰ ਕੇ ਵੇਖੀਏ ਕਿ ਅਸੀਂ ਕੀ ਹਾਂ। ਤੇ ਜਦੋਂ ਆਪਣੇ ਅੰਦਰ ਝਾਤੀ ਮਾਰਾਂਗੇ ਤੇ ਇਉਂ ਪ੍ਰਤੀਤ ਹੋਵੇਗਾ ਕਿ ਜੋ ਮੈਂ ਬਾਹਰੋਂ ਦਿਸ ਰਿਹਾ ਅੰਦਰੋਂ ਬਿਲਕੁਲ ਉਹਦੇ ਤੋਂ ਉਲਟਾ। ਜੋ ਅੰਦਰੋਂ ਹਾਂ ਤੇ ਮਨ 'ਚ ਭੈ ਹੁੰਦਾ ਹੈ, ਡਰ ਹੁੰਦਾ ਹੈ, ਕਿਤੇ ਬਾਹਰੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗੇ ਤਾਂ ਇਹ ਕੀ ਆਖਣਗੇ, ਕੀ ਕਹਿਣਗੇ, ਮੈਂ ਇੰਨਾ ਨੀਚ ਹਾਂ। ਰੂਹ ਕੰਬ ਜਾਏਗੀ ਸਾਡੀ ਕਿ ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਹਿਰਦੇ 'ਚ ਚਿਤਵਦੇ ਹਾਂ, ਕਿਤਨੀਆਂ ਕਿਤਨੀਆਂ ਮੰਦ ਭਾਵਨਾਵਾਂ ਸਾਡੇ ਹਿਰਦੇ 'ਚ ਉੱਠਦੀਆਂ ਨੇ। ਬਾਹਰੋਂ ਅਸੀਂ ਧਰਮੀ ਹੋਣ ਦਾ ਟਕਵੰਜ ਕਰੀ ਜਾਈਏ ਤਾਂ ਅਸੀਂ ਉਸ ਪਰਮੇਸ਼ਰ ਦੇ ਦੇਣਦਾਰ। ਗਰੀਬ ਨਵਾਜ ਸਾਹਿਬ ਜੀ ਕਹਿੰਦੇ ਕਲਯੁਗ ਵਿੱਚ ਬਹੁਤੇ ਲੋਕਾਂ ਦੀ ਬਿਰਤੀ ਇਹੀ ਹੈ, ਅੰਦਰੋਂ ਝੂਠੇ ਪੈਜ ਬਾਹਰ, ਬਾਹਰੋਂ ਬੜੀ ਪੈਜ ਆਪਣੀ ਬਣਾਉਂਦੇ ਆ। ਦੁਨੀਆ ਅੰਦਰ ਫੈਲ, ਦੁਨੀਆ ਵਿੱਚ ਫੈਲਾਓ ਹੋਰ ਤਰੀਕੇ ਦਾ ਕਰਦੇ ਨੇ। ਅੰਦਰੋਂ ਕੂੜ ਝੂਠ ਝੂਠ ਨਾਲ ਭਰੇ ਹੋਏ ਨੇ। 68 ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲ। 68 ਤੀਰਥ ਜੇ ਨਾਵਹਿ, 68 ਤੀਰਥਾਂ ਦੇ ਉੱਤੇ ਜਾ ਕੇ ਜੇ ਨਾਵੇ ਇਹੋ ਜਿਹਾ ਬੰਦਾ, 68 ਤੀਰਥਾਂ ਦਾ ਮੱਜਨ ਕਰੇ, ਇਸ਼ਨਾਨ ਕਰੇ, ਮਹਾਰਾਜ ਜੀ ਕਹਿੰਦੇ ਫਿਰ ਵੀ ਇਹੋ ਜਿਹੇ ਵਿਅਕਤੀਆਂ ਦੀ ਮੈਲ ਨਹੀਂ ਉਤਰਦੀ। ਉਤਰੈ ਨਾਹੀ ਮੈਲ, ਜਿਹੜੀ ਮੈਲ ਇਹਦੇ ਅੰਤਸ਼ਕਰਨ ਨੂੰ ਚਿੰਬੜੀ ਹੋਈ ਹੈ ਨਾ, ਉਹ ਮੈਲ ਫਿਰ ਵੀ ਨਹੀਂ ਉਤਰਦੀ, ਫਿਰ ਵੀ ਨਿਰਵਿਰਤ ਨਹੀਂ ਹੁੰਦੀ ਜਿੰਨਾ ਮਰਜੀ ਤੀਰਥਾਂ ਤੇ, ਕਿਉਂਕਿ ਅੰਦਰੋਂ ਮੈਲ ਹੈ ਨਾ, ਅੰਦਰੋਂ ਝੂਠਾ, ਬਾਹਰੋਂ ਧਰਮੀ ਹੋਣ ਦਾ ਲਿਬਾਸ ਵੀ ਹੈ, ਬਾਹਰੋਂ ਚੰਗੇ ਹੋਣ ਦਾ ਟਕਵੰਜ ਵੀ ਬੜਾ ਸੋਹਣਾ ਰਚਿਆ ਹੋਇਆ। ਕਦੇ ਕਦੇ ਦਾਨ ਪੁੰਨ ਕਰ ਲੈਂਦਾ ਵੀ ਲੋਕ ਆਖਣ ਜੀ ਵਾਹ ਬੜਾ ਦਾਨੀ ਹੈ। ਕਦੇ ਕਦੇ ਹੋਰ ਤਰ੍ਹਾਂ ਦੇ ਜਿਹੜੇ ਸੰਸਾਰ ਦੇ ਕਰਮ ਹੁੰਦੇ ਆ ਉਹ ਕਰ ਲੈਂਦਾ, ਲੋਕਾਂ 'ਚ ਆਪਣੀ ਪ੍ਰਤਿਸ਼ਠਾ ਬਣਾ ਲੈਂਦਾ, ਪਰ ਅੰਦਰੋਂ ਰੱਜ ਕੇ ਝੂਠਾ ਹੈ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਕਿ ਇਹੋ ਜਿਹੇ ਜਿਹੜੇ ਵਿਅਕਤੀ ਹਨ ਉਹ ਇਹ ਸੰਸਾਰ ਦੇ ਵਿੱਚ 68 ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲੈਣ, ਫਿਰ ਵੀ ਉਹਨਾਂ ਦੇ ਹਿਰਦੇ ਦੀ ਜਿਹੜੀ ਮੈਲ ਹੈ ਉਹ ਨਹੀਂ ਲੈਂਦੀ, ਨਹੀਂ ਉਤਰਦੀ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਕਹਿੰਦੇ ਫੇਰ ਜਿਹੜੇ ਰੱਬ ਦੇ ਪਿਆਰੇ ਨੇ, ਹੁਣ ਉਹਨਾਂ ਦੀ ਅਵਸਥਾ,
ਜਿਹੜੇ ਤਾਂ ਹੁੰਦੇ ਪਖੰਡੀ ਦੰਭੀ, ਉਹ ਅੰਦਰੋਂ ਝੂਠੇ ਤੇ ਬਾਹਰੋਂ ਬੜੀ ਲਿਸ਼ਕ ਪੁਸ਼ਕ ਕੇ ਰਹਿਣ ਦੀ ਬਿਰਤੀ ਰੱਖਦੇ, ਅੰਦਰੋਂ ਮੈਲ ਨਾਲ ਭਰੇ, ਬਾਹਰੋਂ ਲਿਸ਼ਕ ਪੁਸ਼ਕ ਕੇ, ਯਾਨੀ ਕਿ ਚੰਗੇ ਵਧੀਆ ਲੰਮੇ ਲੰਮੇ ਚੋਲੇ ਮੇਰੇ ਵਾਂਗੂ ਪਹਿਨ ਲੈਣ, ਚੰਗੇ ਤਿਲਕ ਲਾ ਲੈਣ, ਸੋਹਣੀਆਂ ਮਲਾਵਾਂ ਗਲ ਦੇ ਵਿੱਚ ਪਹਿਨ ਲੈਣ, ਬਾਹਰੋਂ ਬੜਾ ਸੋਹਣੇ ਹੋਣ ਦਾ, ਧਰਮੀ ਹੋਣ ਦਾ ਟਕਵੰਜ, ਅੰਦਰੋਂ ਮੈਲ ਭਰੀ ਹੋਈ। ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਅੰਦਰੋਂ ਪੱਟ ਕਹਿੰਦੇ ਆ ਪਵਿੱਤਰ, ਅੰਦਰੋਂ ਸ਼ੁੱਧ ਹੁੰਦੇ ਆ, ਤੇ ਬਾਹਰ ਲੀਰਾਂ ਪਤੀਰਾਂ ਧਾਰਨ, ਗੁੱਦੜ ਕਹਿੰਦੇ ਲੀਰਾਂ ਪਤੀਰਾਂ ਨੂੰ, ਵੀ ਬਾਹਰ ਗੁੱਦੜ ਜਿਹਾ ਪਾਇਆ ਹੋਵੇ, ਭਾਵੇਂ ਸਰੀਰਕ ਤੌਰ ਦੇ ਉੱਤੇ ਉਹ ਸੋਹਣੇ ਨਾ ਹੋਣ, ਸਰੀਰਕ ਤੌਰ ਦੇ ਉੱਤੇ ਬਾਹਰੋਂ ਉਹਨਾਂ ਕੋਲ ਚੰਗੇ ਕੱਪੜੇ ਨਾ ਹੋਣ, ਗੁੱਦੜ ਹੋਵੇ ਭਾਵ ਲੀਰਾਂ ਕਤੀਰਾਂ ਧਾਰਨ ਕੀਤੀਆਂ ਹੋਣ, ਇਹੋ ਜਿਹੇ ਹੋਣ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਮਹਾਰਾਜ ਕਹਿੰਦੇ ਉਹ ਇਹ ਸੰਸਾਰ ਚ ਭਲੇ ਹੈ। ਅੰਦਰੋਂ ਤਾਂ ਨਿਰਮਲ ਨੇ ਨਾ, ਬਾਹਰੋਂ ਭਾਵੇਂ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਕੱਪੜੇ ਭਾਵੇਂ ਛਿੰਨ ਭਿੰਨ ਹੋਏ ਹੋਣ, ਮਲਨ ਹੋਣ, ਪਾਟੇ ਪੁਰਾਣੇ ਹੋਣ, ਪਰ ਹਿਰਦਾ ਜੇ ਉਹਨਾਂ ਦਾ ਸ਼ੁੱਧ ਹੈ, ਪਟ ਉਹਨਾਂ ਦਾ ਹਿਰਦਾ ਤਾਂ ਰੇਸ਼ਮ ਹੈ ਨਾ, ਉਹਨਾਂ ਦਾ ਹਿਰਦਾ ਤਾਂ ਪਵਿੱਤਰ ਹੈ ਨਾ, ਸ਼ੁੱਧ ਹੈ ਨਾ। ਇਹੋ ਜਿਹੇ ਜਿਹੜੇ ਮਨੁੱਖ ਨੇ, ਮਹਾਰਾਜ ਜੀ ਕਹਿੰਦੇ ਉਹ ਇਹ ਸੰਸਾਰ 'ਚ ਭਲੇ ਨੇ, ਤੇ ਭਲੇ ਸੰਸਾਰ, ਉਹ ਇਹ ਸੰਸਾਰ 'ਚ ਭਲੇ ਨੇ। ਲੋਕ ਅਕਸਰ ਬਾਹਰ ਵੇਖਦੇ ਨੇ ਵੀ ਬਾਹਰਲਾ ਸਵਰੂਪ ਕੀ ਹੈ, ਸਾਡੇ ਕੋਲ ਦ੍ਰਿਸ਼ਟੀ ਉਹ ਹੈ ਜੋ ਅਸੀਂ ਬਾਹਰ ਵੇਖ ਸਕਦੇ ਹਾਂ, ਸਾਡੇ ਕੋਲ ਅੰਦਰ ਝਾਤੀ ਮਾਰਨ ਦੀ ਦ੍ਰਿਸ਼ਟੀ ਨਹੀਂ ਕਿ ਕਿਸੇ ਦੇ ਅੰਤःਕਰਨ 'ਚ ਅਸੀਂ ਵੇਖ ਸਕੀਏ। ਮਹਾਰਾਜ ਜੀ ਅਸ਼ਟਾਵਕਰ ਜੀ ਮਹਾਰਾਜ ਬੜੀ ਉੱਚ ਅਵਸਥਾ ਦੇ ਮਹਾਪੁਰਸ਼ ਅਸ਼ਟਾਵਕਰ ਜੀ, ਉਹਨਾਂ ਦੀ ਲਿਖੀ ਹੋਈ ਗੀਤਾ ਮਿਲਦੀ, ਉਹਨੂੰ ਅਸ਼ਟਾਵਕਰ ਗੀਤਾ ਕਹਿੰਦੇ ਹਨ। ਰਾਜੇ ਜਨਕ ਨੂੰ ਉਪਦੇਸ਼ ਦਿੱਤਾ। ਰਾਜਾ ਜਨਕ ਜੀ ਬੜੇ ਧਰਮੀ ਰਾਜੇ ਨੇ, ਮਨ 'ਚ ਫੁਰਨਾ ਹੋਇਆ ਕੋਈ ਐਸਾ ਗੁਰੂ ਹੋਵੇ ਜਿਹੜਾ ਮੈਨੂੰ ਗਿਆਨ ਕਰਾਵੇ, ਪਰ ਗਿਆਨ ਕਰਾਉਣ ਦੀ ਸ਼ਰਤ ਰੱਖੀ, ਘੋੜੇ ਦੀ ਕਾਠੀ ਤੇ ਚੜ੍ਹਦਿਆਂ ਤੱਕ ਗਿਆਨ ਹੋਣਾ ਚਾਹੀਦਾ ਹੈ। ਇੰਨੇ ਕੁ ਸਮੇਂ 'ਚ ਬੜੇ ਬੜੇ ਬ੍ਰਾਹਮਣ, ਬੜੇ ਬੜੇ ਵਿਦਵਾਨ, ਬੜੇ ਬੜੇ ਆਚਾਰਿਆ, ਬੜੇ ਬੜੇ ਸ਼ਾਸਤਰੀ ਚੱਲ ਕੇ ਆਏ। ਜਦੋਂ ਉਹਨਾਂ ਦੀ ਸਾਰਿਆਂ ਦੀ ਸਭਾ ਭਰ ਗਈ ਤੇ ਪਿੱਛੇ ਅਸ਼ਟਾਵਕਰ ਜੀ ਮਹਾਰਾਜ ਜੀ ਵੀ ਆ ਗਏ। ਅਸ਼ਟਾਵਕਰ ਜੀ ਮਹਾਰਾਜ ਜੀ ਦਾ ਜਿਹੜਾ ਸਰੀਰ ਸੀ ਉਹਦੇ ਵਿੱਚ 8 ਵਲ ਪੈਂਦੇ ਸੀ, ਟੇਢਾ ਮੇਢਾ ਸਰੀਰ ਸੀ ਉਹਨਾਂ ਦਾ, ਵਿੰਗ ਪੈਂਦੇ ਸੀ ਸਰੀਰ 'ਚ। ਸੀਗੇ ਚੋਟੀ ਦੇ ਮਹਾਤਮਾ, ਸੀਗੇ ਤੁਰਿਆ ਪਦ ਦੀ ਖੇਡ ਦੇ ਮਾਲਕ। ਸਰੀਰ ਜ਼ਰੂਰ ਟੇਢਾ ਮੇਢਾ ਸੀ, ਸਰੀਰ ਤੇ ਵਸਤਰ ਵੀ ਕੋਈ ਚੰਗੇ ਨਹੀਂ ਸਨ। ਗੁੱਦੜ ਵਾਲੀ ਗੱਲ ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਇੱਥੇ ਕਹਿ ਰਹੇ ਨੇ, ਬਾਹਰ ਗੁੱਦੜ, ਉਹ ਲੀਰਾਂ ਕਤੀਰਾਂ ਜੀਆਂ ਸਰੀਰ ਤੇ ਪਾਈਆਂ ਹੋਈਆਂ, ਸਰੀਰ 'ਚ ਵਲ ਜੇ ਪਏ ਹੋਏ, ਤੇ ਹੱਥ 'ਚ ਇੱਕ ਸੋਟੀ ਲੈ ਕੇ ਉਹਦੇ ਆਸ਼ਰੇ ਨਾਲ ਰਾਜੇ ਜਨਕ ਦੀ ਸਭਾ ਵਿੱਚ ਆਏ। ਰਾਜਾ ਜਨਕ ਨੇ ਦਰਸ਼ਨ ਕੀਤੇ। ਅਸ਼ਟਾਵਕਰ ਜੀ ਮਹਾਰਾਜ ਜੀ ਬੋਲੇ, ਹਾਂ ਰਾਜਾ ਜਨਕ, ਅਸੀਂ ਆ ਗਏ ਹਾਂ। ਤੂੰ ਕਿਹਾ ਸੀ ਘੋੜੇ ਤੇ ਚੜ੍ਹਦਿਆਂ ਗਿਆਨ ਕਰਾਉਣਾ, ਮੈਂ ਕਰਾਵਾਂਗਾ। ਉੱਥੇ ਉਹ ਜਿੰਨੇ ਜਿੰਨੇ ਸ਼ਾਸਤਰੀ ਬੈਠੇ, ਬ੍ਰਾਹਮਣ ਬੈਠੇ, ਬੜੇ ਬੜੇ ਆਚਾਰਿਆ ਬੈਠੇ, ਅਸ਼ਟਾਵਕਰ ਜੀ ਮਹਾਰਾਜ ਜੀ ਨੂੰ ਵੇਖਦਿਆਂ ਉਹ ਹੱਸ ਪਏ, ਉਹਨਾਂ ਨੂੰ ਹਾਸੀ ਆ ਗਈ ਸਰੀਰ ਦੀ ਦਸ਼ਾ ਵੇਖ ਕੇ ਵੀ ਇਹ ਵੀ ਗਿਆਨੀ ਹੈ। ਅਕਸਰ ਲੋਕ ਸੋਚਦੇ ਆ ਵੀ ਜਿਹੜੇ ਗਿਆਨਵਾਨ ਹੁੰਦੇ ਆ ਉਹਨਾਂ ਕੋਲ ਚੰਗੇ ਵਧੀਆ ਕੱਪੜੇ ਹੁੰਦੇ ਆ, ਉਹਨਾਂ ਨੇ ਚੰਗੀ ਪੁਸ਼ਾਕ ਪਾਈ ਹੁੰਦੀ ਆ, ਉਹਨਾਂ ਦੇ ਕੋਲ ਚੰਗੀ ਵਧੀਆ ਸਹੂਲਤਾਂ ਹੁੰਦੀਆਂ, ਚੰਗੀਆਂ ਗੱਡੀਆਂ ਕਾਰਾਂ ਦੇ ਉੱਤੇ ਉਹ ਫਿਰਦੇ ਆ, ਵੀ ਉਹ ਗਿਆਨੀ ਹੁੰਦਾ ਹੈ। ਜਿਹਦੇ ਤਨ ਤੇ ਮਲਨ ਜੇ ਕੱਪੜੇ ਹੋਣ, ਕੋਈ ਪੁਰਾਣੇ ਜੇ ਕੱਪੜੇ ਹੋਣ, ਪੈਦਲ ਟੁਰਿਆ ਫਿਰਦਾ ਹੋਵੇ, ਪੈਰਾਂ 'ਚ ਜੁੱਤੀ ਨਾ ਹੋਵੇ ਉਹ ਚੋਟੀ ਦਾ ਗਿਆਨੀ, ਫਿਰ ਵੀ ਲੋਕ ਕਹਿੰਦੇ ਕੋਈ ਗਿਆਨੀ ਹੈ।
ਲੋਕ ਹਾਸਾ ਕਰਦੇ ਆ, ਉਹਦਾ ਮਖੌਲ ਉਡਾਉਂਦੇ। ਇਹ ਸਮਾਜ ਹੈ ਸਾਡਾ ਜਿਹਦੇ 'ਚ ਅਸੀਂ ਰਹਿੰਦੇ ਹਾਂ। ਇੱਥੇ ਬਾਹਰਲੀ ਚਮਕ ਦਮਕ ਵੇਖੀ ਜਾਂਦੀ ਹੈ। ਅਸ਼ਟਾਵਕਰ ਜੀ ਮਹਾਰਾਜ ਜੀ ਨੂੰ ਵੇਖ ਕੇ ਰਾਜਾ ਜਨਕ ਉਹ ਤਾਂ ਨਹੀਂ ਹੱਸਿਆ, ਪਰ ਬਾਕੀ ਹੱਸ ਪਏ ਸਾਰੇ। ਆ ਵੀ ਗਿਆਨੀ ਹੈ ਕਹਿੰਦੇ, ਇਹ ਪਿੱਛੇ ਰਹਿ ਗਿਆ ਸੀ। ਅਸ਼ਟਾਵਕਰ ਜੀ ਮਹਾਰਾਜ ਜੀ ਥੋੜੇ ਜਿਹੇ ਰੋਸ ਵਿੱਚ ਆਏ ਤਾਂ ਬੋਲੇ, ਕਹਿੰਦੇ ਹੇ ਰਾਜਾ ਜਨਕ, ਇਹ ਸਾਰੀ ਸਭਾ ਚਮਾਰਾਂ ਦੀ ਇਕੱਠੀ ਕੀਤੀ ਹੋਈ ਹੈ। ਇੱਥੇ ਮਾੜੇ ਸ਼ਬਦ ਨਾਲ ਨਹੀਂ, ਚਮੜੇ ਦਾ ਕੰਮ ਕਰੇ ਉਹਨੂੰ ਚਮਾਰ ਕਹਿੰਦੇ ਆ। ਉਹ ਕਿਸੇ ਬ੍ਰਾਹਮਣ ਦੇ ਘਰ 'ਚ ਜੰਮ ਕੇ ਕੰਮ ਕਰੇਗਾ, ਚਮੜੇ ਦਾ ਕੰਮ ਕਰਨ ਲੱਗ ਪਵੇ ਤਾਂ ਉਹ ਵੀ ਚਮਾਰ ਹੋਵੇਗਾ। ਆਮ ਕਰਕੇ ਸਾਡੇ ਸਮਾਜ ਦੇ ਵਿੱਚ ਜਿਹਦੇ 'ਚ ਅਸੀਂ ਵਿਚਰਦੇ ਹਾਂ, ਲੋਕ ਹੀਣ ਭਾਵ ਬਣਾਉਣ ਲੱਗ ਪਏ ਹੈ। ਵੈਸੇ ਕਰਮ ਤੋਂ ਜਾਤੀ ਬਣਦੀ ਹੈ। ਕਿਸੇ ਬ੍ਰਾਹਮਣ ਦੇ ਘਰ ਦੇ ਵਿੱਚ ਜਨਮ ਲੈ ਕੇ ਕੋਈ ਲੱਕੜੀ ਦਾ ਕੰਮ ਕਰਨ ਲੱਗ ਪਵੇ ਤਾਂ ਉਹ ਤਰਖਾਣ ਹੋਵੇਗਾ। ਲੋਹੇ ਦਾ ਕੰਮ ਕਰਨ ਲੱਗ ਪਵੇ ਤਾਂ ਲੁਹਾਰ ਹੋਵੇਗਾ। ਜ਼ਿਮੀਂਦਾਰਾ ਕਰਨ ਲੱਗ ਪਵੇ ਤਾਂ ਵੈਸ਼ ਹੋਵੇਗਾ। ਨੌਕਰੀ ਕਰਨ ਲੱਗ ਪਵੇ ਤਾਂ ਸ਼ੂਦਰ ਹੋਵੇਗਾ। ਪਰ ਲੋਕਾਂ ਨੇ ਮਾਨਸਿਕਤਾ ਇਹ ਬਣਾ ਲਈ ਵੱਖਰੀ। ਅਸ਼ਟਾਵਕਰ ਜੀ ਮਹਾਰਾਜ ਜੀ ਕਹਿੰਦੇ ਸਭ ਚਮਾਰਾਂ ਦੀ ਸਭਾ ਇਕੱਠੀ ਕੀਤੀ। ਉਹ ਬ੍ਰਾਹਮਣ ਬੜੇ ਗੁੱਸੇ 'ਚ ਆਏ, ਅਸੀਂ ਬ੍ਰਾਹਮਣ ਹੁੰਨੇ ਆ। ਉਹ ਕਹਿੰਦਾ ਕੌਣ ਕਹਿੰਦੇ ਹੋ ਤੁਸੀਂ ਬ੍ਰਾਹਮਣ ਹੋ? ਕੰਮ ਤਾਂ ਚਮੜੇ ਦਾ ਕਰ ਰਹੇ ਹੋ, ਮੇਰਾ ਚਮੜਾ ਵੇਖ ਰਹੇ ਹੋ ਵੀ ਅਸ਼ਟਾਵਕਰ ਦਾ ਸਰੀਰ ਜਿਹੜਾ ਇਹ ਟੇਢਾ ਹੈ, ਵਿੰਗਾ ਹੈ। ਮੇਰੇ ਬਾਹਰਲੇ ਸਰੀਰ ਨੂੰ ਤੁਸੀਂ ਵੇਖਦੇ ਹੋ, ਤੇ ਜਿਹੜਾ ਚਮੜਾ ਵੇਖੇ, ਚਮੜੇ ਦਾ ਵਪਾਰ ਕਰੇ ਤੇ ਉਹਨੂੰ ਇਹੀ ਕਹਾਂਗੇ ਨਾ। ਕਰਮ ਤੋਂ ਹੀ ਜਾਤੀ ਬਣਦੀ ਹੈ ਨਾ, ਜਨਮ ਤੋਂ ਜਾਤੀ ਨਹੀਂ ਹੈ। ਜਨਮ ਤੋਂ ਜਾਤੀ ਅੱਜ ਕੱਲ ਗਿਣਨ ਲੱਗ ਪਏ, ਜਾਤੀ ਕਰਮ ਤੋਂ ਬਣਦੀ ਹੈ। ਜਿਹੋ ਜਿਹਾ ਕੋਈ ਕਰਮ ਕਰਦਾ ਉਹਦੀ ਜਾਤੀ ਉਦਾਂ ਦੀ ਹੋ ਜਾਂਦੀ ਹੈ। ਸਭ ਚੁੱਪ ਕਰ ਗਏ, ਕਿਸੇ ਬ੍ਰਾਹਮਣ ਨੂੰ ਜਵਾਬ ਨਹੀਂ ਆਇਆ ਮੁੜ ਕੇ। ਮੈਂ ਉਦਾਹਰਣ ਤਾਂ ਸੁਣਾਈ ਹੈ ਕਿ ਆਮ ਕਰਕੇ ਲੋਕ ਬਾਹਰਲੀ ਚਮਕ ਦਮਕ ਵੇਖ ਕੇ ਪ੍ਰਭਾਵਿਤ ਹੁੰਦੇ, ਅੰਦਰ ਕੀ ਹੈ ਨਹੀਂ ਜਾਣਦੇ। ਪਾਤਸ਼ਾਹ ਕਹਿੰਦੇ ਜਿਹੜੇ ਅੰਦਰੋਂ ਨਿਰਮਲ ਨੇ, ਪੱਟ ਦਾ ਮਤਲਬ ਹੁੰਦਾ ਨਿਰਮਲ ਪਵਿੱਤਰ, ਬਾਹਰ ਗੁੱਦੜ, ਬਾਹਰੋਂ ਭਾਵੇਂ ਉਹਨਾਂ ਲੀਰਾਂ ਕਤੀਰਾਂ ਹੀ ਕਿਉਂ ਨਾ ਪਾਈਆਂ ਹੋਣ। ਉਹ ਕਹਿੰਦੇ ਆ ਨਾ ਵੀ ਹੀਰੇ ਤਾਂ ਗੋਦੜੀਆਂ 'ਚ ਚਮਕਦੇ ਆ। ਹੀਰਾ ਗੋਦੜੀ 'ਚ ਪਿਆ ਹੋਵੇ ਨਾ, ਲੀਰਾਂ ਦੇ ਵਿੱਚ ਪਿਆ ਹੋਵੇ, ਤੇ ਹੀਰੇ ਨੇ ਉੱਥੇ ਵੀ ਹੀਰਾ ਹੀ ਰਹਿਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋਨਾ ਚਿੱਕੜ 'ਚ ਡਿੱਗ ਜਾਏ ਉਹਦਾ ਮੁੱਲ ਘਟ ਜਾਂਦਾ। ਸੋਨਾ ਜੇ ਚਿੱਕੜ 'ਚ ਪਿਆ ਹੋਵੇ ਤੇ ਉਹਨੂੰ ਵੀ ਉਹਦਾ ਮੁੱਲ ਤਾਂ ਨਹੀਂ ਘਟਣਾ, ਉਹਦੇ ਚਿੱਕੜ 'ਚ ਪਿਆ ਵੀ ਸੋਨਾ ਹੀ ਰਹਿਣਾ ਨਾ। ਉੱਥੋਂ ਕੱਢ ਕੇ ਵੀ ਉਹਨੇ ਉੱਥੇ ਸਵਰਨ ਹੀ ਰਹਿਣਾ। ਇਸੇ ਤਰ੍ਹਾਂ ਜੇ ਕੋਈ ਮਹਾਤਮਾ ਮਹਾਂਪੁਰਸ਼ ਹੈ, ਉਹ ਬਾਹਰਲੇ ਤੌਰ ਤੇ, ਸਰੀਰਕ ਤੌਰ ਤੇ ਉਹ ਕਿੱਥੇ ਰਹਿ ਰਿਹਾ ਹੈ, ਕਿਹੋ ਜਿਹੇ ਪਰਿਵਾਰ 'ਚ ਰਹਿ ਰਿਹਾ ਹੈ, ਕਿਹੋ ਜਿਹੇ ਖਿੱਤੇ 'ਚ ਰਹਿ ਰਿਹਾ ਹੈ, ਕਿਹੋ ਜਿਹੀ ਜਗ੍ਹਾ ਤੇ ਰਹਿ ਰਿਹਾ ਹੈ, ਬਾਹਰੋਂ ਸਵਰੂਪ ਕੀ ਹੈ, ਉਹ ਕੋਈ ਮਾਇਨਾ ਨਹੀਂ ਰੱਖਦਾ। ਉਹਦੇ ਅੰਦਰ ਜੋ ਸਵਰਨ ਬਿਰਤੀ ਹੈ, ਉਹ ਜੋ ਸੋਨਾ ਬਣ ਚੁੱਕਾ ਹੈ, ਹੀਰਾ ਬਣ ਚੁੱਕਾ ਹੈ, ਪਰਮੇਸ਼ਰ ਦੀ ਬੰਦਗੀ ਕਰਦਿਆਂ ਕਰਦਿਆਂ ਉਹਨੇ ਉਹੀ ਰਹਿਣਾ ਕਿਤੇ ਵੀ ਹੋਵੇ। ਭਾਵੇਂ ਉਹਨੇ ਲੀਰਾਂ ਕਤੀਰਾਂ ਪਾਈਆਂ ਹੋਣ, ਭਾਵੇਂ ਕਿਸੇ ਵਰਨ 'ਚ ਜੰਮਿਆ ਹੋਵੇ, ਕਿਸੇ ਜਾਤੀ 'ਚ ਜਨਮਿਆ ਹੋਵੇ, ਕਿਸੇ ਘਰ 'ਚ ਜਨਮਿਆ ਹੋਵੇ, ਉੱਥੇ ਵੀ ਉਹਨੇ ਉਹੀ ਰਹਿਣਾ ਜੋ ਮਹਾਂਪੁਰਸ਼ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਹਿਰਦੇ ਪੱਟ ਨਿਰਮਲ ਪਵਿੱਤਰ ਨੇ, ਬਾਹਰੋਂ ਗੁੱਦੜ ਲੀਰ ਕਤੀਰ ਧਾਰਨ ਕੀਤੀ ਹੈ, ਤੇ ਭਲੇ ਸੰਸਾਰ, ਉਹ ਵੀ ਇਹ ਸੰਸਾਰ 'ਚ ਭਲੇ ਨੇ, ਅਕਾਲ ਪੁਰਖ ਦੀ ਦਰਗਾਹ ਵਿੱਚ ਪ੍ਰਵਾਨ ਹਨ। ਤਿਨ ਨੇਹੋ ਲੱਗਾ ਰੱਬ ਸੇਤੀ, ਦੇਖਨੇ ਵਿਚਾਰ। ਉਹਨਾਂ ਦਾ ਉਸ ਰੱਬ ਨਾਲ, ਪਾਰ ਬ੍ਰਹਮ ਪਰਮੇਸ਼ਰ ਨਾਲ ਨੇਹ ਲੱਗਾ ਹੋਇਆ, ਅਕਾਲ ਪੁਰਖ ਨਾਲ ਨੇਹ ਲੱਗਾ। ਤਿਨ ਨੇਹੋ ਲੱਗਾ ਰੱਬ ਸੇਤੀ, ਦੇਖਨੇ ਵਿਚਾਰ। ਪਰਮੇਸ਼ਰ ਨੂੰ ਵੇਖਣ ਦੀ ਵਿਚਾਰ ਕਰਦੇ ਆ। ਰੱਬ ਨਾਲ ਉਹਨਾਂ ਦਾ ਨੇਹ ਲੱਗਾ, ਪਰਮੇਸ਼ਰ ਨਾਲ ਨੇਹ ਲੱਗਾ ਹੋਇਆ ਹੈ, ਔਰ ਕੇਵਲ ਇੱਕੋ ਵਿਚਾਰ ਕਰਦੇ ਨੇ ਕਿਵੇਂ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਦਰਸ਼ਨ ਹੋਣ, ਕਿਵੇਂ ਉਸ ਅਕਾਲ ਪੁਰਖ ਦੇ ਸਵਰੂਪ ਦਾ ਸਾਖਸ਼ਾਤਕਾਰ ਹੋਵੇ।
ਰੰਗ ਹੱਸਹਿ ਰੰਗ ਰੋਵਹਿ ਚੁੱਪ ਭੀ ਕਰ ਜਾਹੇ। ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਰੱਬ ਦੇ ਪਿਆਰੇ ਰੰਗ 'ਚ ਹੀ ਹੱਸ ਪੈਂਦੇ ਐ, ਉਹਦੇ ਪ੍ਰੇਮ ਰੰਗ 'ਚ ਹੀ ਕਦੇ ਰੋਣ ਲੱਗ ਪੈਂਦੇ ਐ, ਕਦੇ ਬਿਲਕੁਲ ਹੀ ਚੁੱਪ ਕਰਕੇ ਵਿਚਾਰ ਕਰਨ ਲੱਗ ਪੈਂਦੇ ਐ। ਇੱਕ ਐਸੀ ਅਵਸਥਾ ਜਦੋਂ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਕੋਈ ਰੰਗਿਆ ਜਾਂਦਾ ਹੈ, ਉਹਦੇ ਰੰਗ ਵਿੱਚ ਕਦੇ ਮੌਜ ਆਵੇ ਤੇ ਹੱਸ ਪੈਂਦੇ ਆ, ਕਦੇ ਮੌਜ ਆਵੇ ਤੇ ਨੇਤਰ ਸਜਲ ਹੋ ਜਾਂਦੇ ਆ, ਕਦੇ ਮੌਜ ਆਉਂਦੀ ਤੇ ਦੁਨੀਆ ਵੱਲੋਂ ਬਿਲਕੁਲ ਉਪਰਾਮ ਹੋ ਕੇ ਬਿਲਕੁਲ ਹੀ ਚੁੱਪ ਕਰ ਜਾਂਦੇ ਆ। ਕੀ ਬੋਲਣਾ, ਕੀ ਬੋਲੀਏ? ਇਹ ਬੋਲਣਾ ਤਾਂ ਸਭ ਮੂੰਹ ਦਾ ਵਾਉ ਹੈ, ਕਿਆ ਬੋਲਣਾ? ਇੱਕ ਐਸੀ ਅਵਸਥਾ ਹੈ ਜਿੱਥੇ ਤੁਰਿਆ ਪਦ 'ਚ ਪਹੁੰਚੇ ਰੱਬ ਦੇ ਪਿਆਰੇ ਇਸ ਅਵਸਥਾ ਨੂੰ ਮਾਣਦੇ ਆ। ਅਸੀਂ ਹੱਸਣਾ ਹੋਵੇ ਸਾਨੂੰ ਤਾਂ ਵੀ ਕਾਰਨ ਚਾਹੀਦਾ, ਰੋਣਾ ਹੋਵੇ ਤਾਂ ਵੀ ਕਾਰਨ ਚਾਹੀਦਾ, ਚੁੱਪ ਰਹਿਣਾ ਹੋਵੇ ਤਾਂ ਵੀ ਸਟੇਜਾਂ ਤੋਂ ਬੋਲ ਬੋਲ ਕੇ ਕਹਿਣਾ ਪੈਂਦਾ ਉਹ ਚੁੱਪ ਕਰ ਜਾਓ। ਰੱਬ ਦੇ ਪਿਆਰੇ ਹੱਸਦੇ ਆ ਤਾਂ ਵੀ ਆਪਣੇ ਆਨੰਦ ਵਿੱਚ ਖੇੜੇ 'ਚ ਖਿੜੇ ਹੋਏ, ਤੇ ਜੇ ਨੇਤਰ ਸਜਲ ਹੁੰਦੇ ਕਦੇ ਉਸ ਪਰਮੇਸ਼ਰ ਦੇ ਵਿਜੋਗ ਨੂੰ ਆਪਣੇ ਹਿਰਦੇ 'ਚ ਚਿਤਵਦੇ, ਤੇ ਜੇ ਚੁੱਪ ਕਰਨਾ ਹੁੰਦਾ ਤੇ ਸੁੱਤੇ ਸਿੱਧ ਚੁੱਪ ਵੀ ਕਰ ਜਾਂਦੇ। ਜੇ ਤੁਸੀਂ ਜ਼ਬਰਦਸਤੀ ਚੁੱਪ ਰਹਿਣਾ ਚਾਹੋ ਨਹੀਂ ਰਹਿ ਸਕਦੇ। ਮੂੰਹ ਤੋਂ ਚੁੱਪ ਕਰ ਜਾਾਂਗੇ ਆਪਾਂ, ਮਨ ਤਾਂ ਨਹੀਂ ਨਾ ਚੁੱਪ ਕਰਦਾ, ਮਨ ਤਾਂ ਫਿਰ ਗੱਲਾਂ ਕਰੀ ਜਾਂਦਾ, ਮਨ ਤਾਂ ਫਿਰ ਬੋਲੀ ਜਾਂਦਾ। ਜ਼ਬਰਦਸਤੀ ਅਸੀਂ ਚੁੱਪ ਨਹੀਂ ਰਹਿ ਸਕਦੇ। ਮੂੰਹ ਤੋਂ ਤੁਸੀਂ ਚੁੱਪ ਹੋ ਵੀ ਜਾਓਗੇ, ਹਿਰਦਾ ਚੁੱਪ ਨਹੀਂ ਹੋਣਾ। ਪਰ ਇੱਕ ਅਵਸਥਾ ਐਸੀ ਵੀ ਆਉਂਦੀ ਹੈ ਜਦੋਂ ਆਪਣੇ ਆਪ ਹੀ ਮਨ ਕਹਿੰਦਾ ਮੇਰਾ ਬੋਲਣ ਨੂੰ ਨਾ ਬੁਲਾ ਵੀਰ, ਮੇਰਾ ਬੋਲਣ ਨੂੰ ਦਿਲ ਨਹੀਂ ਕਰਦਾ। ਅਸੀਂ ਨਾਲ ਦੇ ਸਾਥੀ ਨੂੰ ਕਹਿ ਦਿੰਦੇ ਹਾਂ ਮੈਨੂੰ ਗੱਲ ਕਰਨ ਨੂੰ ਦਿਲ ਨਹੀਂ ਕਰਦਾ, ਮੈਨੂੰ ਕੁਝ ਸਮਾਂ ਸ਼ਾਂਤੀ ਨਾਲ ਬੈਠਣ ਦੇ। ਕਦੇ ਸਾਡੇ ਤੇ ਵੀ ਇਹੋ ਜਿਹੀ ਅਵਸਥਾ ਆਉਂਦੀ ਆ ਨਾ, ਰੱਬ ਦੇ ਪਿਆਰਿਆਂ ਦੇ ਉੱਤੇ ਅਵਸਥਾ ਆਵੇ ਤੇ ਉਹਨਾਂ ਨੂੰ ਕਹਿਣਾ ਨਹੀਂ ਪੈਂਦਾ ਕਿਸੇ ਨੂੰ ਵੀ ਸੱਜਣਾ ਮੈਨੂੰ ਬੋਲਣ ਨੂੰ ਦਿਲ ਨਹੀਂ ਕਰਦਾ, ਉਹ ਆਪਣੇ ਆਪ ਹੀ ਚੁੱਪ ਕਰ ਜਾਂਦੇ ਆ। ਕੋਲ ਬੈਠਾ ਕੋਈ ਬੁਲਾਈ ਜਾਵੇ ਉਹ ਕੋਈ ਜਵਾਬ ਨਹੀਂ ਦਿੰਦੇ, ਉਹ ਆਪਣੀ ਮਸਤੀ ਵਿੱਚ ਆਪਣੇ ਆਨੰਦ ਵਿੱਚ ਹੁੰਦੇ। ਵੱਡੇ ਵੱਡੇ ਬਾਦਸ਼ਾਹ ਵੀ ਆ ਕੇ ਬੁਲਾਈ ਜਾਣ ਫਿਰ ਉਹ ਬੋਲਦੇ ਨਹੀਂ ਹਨ, ਵੱਡੇ ਵੱਡੇ ਚੱਕਰਵਰਤੀ ਰਾਜੇ ਵੀ ਆ ਜਾਣ ਫਿਰ ਉਹ ਬੋਲਦੇ ਨਹੀਂ ਹਨ। ਕੋਲ ਆ ਕੇ ਬੁਲਾਈ ਜਾਣ ਕਹੀ ਜਾਣ ਉਹ ਆਪਣੇ ਆਨੰਦ 'ਚ ਹੋ ਜਾਂਦੇ, ਉਹ ਚੱਖਾਂ ਮਾਰ ਮਾਰ ਚਲੇ ਜਾਂਦੇ ਕੋਲੋਂ, ਉਹ ਬੋਲਦੇ ਹੀ ਨਹੀਂ, ਜਵਾਬ ਹੀ ਨਹੀਂ ਦਿੰਦੇ। ਐਸੇ ਐਸੇ ਅਨੇਕਾਂ ਮਹਾਂਪੁਰਸ਼ ਹੋਏ ਜਿਨ੍ਹਾਂ ਰਾਜਿਆਂ ਬਾਦਸ਼ਾਹਾਂ ਦੀ ਵੀ ਕੋਈ ਪਰਵਾਹ ਨਹੀਂ ਕੀਤੀ। ਹਾਂਜੀ, ਪਰਵਾਹ ਨਹੀਂ ਕਿਸੈ ਕੇਰੀ ਬਾਝ ਸੱਚੇ ਨਾਹ। ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ। ਕੋਈ ਇਹ ਰਾਜਾ ਜੀ, ਇਹ ਬਾਦਸ਼ਾਹ ਆਇਆ ਹੈ ਜੀ, ਅਸੀਂ ਇੱਕਦਮ ਸਮਾਜ ਵਿੱਚ ਰਹਿੰਦੇ ਹਾਂ, ਕੋਈ ਪ੍ਰਤਿਸ਼ਠਿਤ ਵਿਅਕਤੀ ਆ ਜੇ ਸਾਨੂੰ ਦੱਸ ਦੇਵੇ, ਸਾਡਾ ਨਜ਼ਰੀਆ ਇੱਕਦਮ ਉਹਦੇ ਪ੍ਰਤੀ ਸਕਿੰਟ ਵਿੱਚ ਬਦਲ ਜਾਂਦਾ। ਪਹਿਲਾਂ ਉਹ ਆਵੇ ਅਸੀਂ ਉਹਨੂੰ ਸਧਾਰਨ ਦ੍ਰਿਸ਼ਟੀ ਨਾਲ ਵੇਖਦੇ ਹਾਂ, ਜਦੋਂ ਕਿਤੇ ਉਹ ਆਪਣੀ ਜਾਣਕਾਰੀ ਦਿੰਦਾ ਮੈਂ ਫਲਾਣੀ ਥਾਂ ਤੋਂ ਆਇਆ, ਮੇਰੇ ਕੋਲ ਇਹ ਪਦਵੀ ਹੈ, ਮੈਂ ਇਸ ਪਦਵੀ ਦੇ ਉੱਤੇ ਕੰਮ ਕਰ ਰਿਹਾ, ਸਾਡਾ ਨਜ਼ਰੀਆ ਨਾਲੋਂ ਨਾਲ ਹੀ ਉਹਦੇ ਪ੍ਰਤੀ ਚੇਂਜ ਹੋ ਜਾਂਦਾ, ਬਦਲ ਜਾਂਦਾ। ਰੱਬ ਦੇ ਪਿਆਰਿਆਂ ਵਾਸਤੇ ਐਸਾ ਨਹੀਂ ਹੁੰਦਾ। ਉਹਨਾਂ ਦੀ ਦ੍ਰਿਸ਼ਟੀ 'ਚ ਸਾਰੇ ਇੱਕ ਸਮਾਨ ਹੀ ਹੁੰਦੇ, ਕੋਈ ਕਿਹੋ ਜਿਹਾ ਵੀ ਹੋਵੇ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਕਿਸੇ ਤੋਂ ਲਾਲਸਾ ਨਹੀਂ ਹੈ, ਤਮਾ ਨਹੀਂ। ਸਾਨੂੰ ਜਣੇ ਖਣੇ ਦੀ ਤਾਂ ਲਾਲਸਾ ਹੈ, ਤਮਾ ਹੈ। ਸੋਚਦੇ ਆ ਵੀ ਯਾਰ ਸਾਡਾ ਤਾਂ ਉਹ ਫਲਾਣੇ ਮਹਿਕਮੇ 'ਚ ਕੰਮ ਸੀ, ਉੱਥੋਂ ਦਾ ਹੀ ਅਫਸਰ ਆਪਣੇ ਆਪ ਆ ਗਿਆ, ਝੱਟ ਉਹਦੇ ਪ੍ਰਤੀ ਨਜ਼ਰੀਆ ਬਦਲ ਲੈਂਦੇ ਆ ਵੀ ਸਾਡਾ ਤਾਂ ਇਹਦੇ ਨਾਲ ਕੰਮ ਪੈ ਸਕਦਾ, ਸਾਨੂੰ ਕਿਤੇ ਲੋੜ ਪੈ ਸਕਦੀ ਹੈ ਇਹਦੀ। ਰੱਬ ਦੇ ਪਿਆਰੇ ਕਹਿੰਦੇ ਸਾਡੀਆਂ ਲੋੜਾਂ ਪਰਮੇਸ਼ਰ ਨੇ ਪੂਰੀਆਂ ਕਰੀ ਜਾਣੀਆਂ। ਇਹ ਨਹੀਂ ਵੀ ਉਹ ਕਿਸੇ ਨੂੰ ਦੁਰਕਾਰਦੇ ਆ ਵੀ
ਭੱਜ ਜੋ ਇੱਥੋਂ ਕੌੜਾ ਬੋਲਦੇ ਆ, ਪਰ ਉਹ ਸਾਰਿਆਂ ਨੂੰ ਇੱਕ ਸਮਾਨ ਦ੍ਰਿਸ਼ਟੀ ਨਾਲ ਵੇਖਦੇ ਆ। ਕੋਈ ਰਾਜਾ ਆ ਜਾਵੇ ਚਾਹੇ ਕੋਈ ਭਿਖਾਰੀ ਆ ਜਾਵੇ, ਉਹਨਾਂ ਦਾ ਨਜ਼ਰੀਆ ਸਾਰਿਆਂ ਵਾਸਤੇ ਇੱਕੋ ਜਿਹਾ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ, ਇੱਕ ਅਕਾਲ ਪੁਰਖ ਦੀ ਪਰਵਾਹ ਵਿੱਚ ਰਹਿੰਦੇ। ਪਰਵਾਹ ਨਾਹੀਂ ਕਿਸੈ ਕੇਰੀ ਬਾਝ ਸੱਚੇ ਨਾ, ਸੱਚੇ ਨਾ ਕਹਿੰਦੇ ਨੇ ਪਤੀ ਪਰਮੇਸ਼ਰ ਅਕਾਲ ਪੁਰਖ ਨੂੰ। ਇੱਕ ਸੱਚੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ, ਕੇਵਲ ਇੱਕ ਅਕਾਲ ਪੁਰਖ ਦੀ ਪਰਵਾਹ ਕਰਦੇ ਹਨ। ਦਰ ਵਾਟ ਉੱਪਰ ਖਰਚ ਮੰਗਾ, ਜਬੈ ਦੇ ਤਾ ਖਾਹੇ। ਉਹ ਆਪਣੇ ਮਾਲਕ ਦੇ ਦਰ ਦੇ ਉੱਤੇ ਖਲੋਤੇ ਹੋਏ ਅੱਗੇ ਰਾਹ ਵਿੱਚ ਚੱਲਣ ਦਾ ਜਿਹੜਾ ਖਰਚਾ ਹੈ ਉਹ ਮੰਗਦੇ, ਆਪਣੇ ਮਾਲਕ ਕੋਲੋਂ ਖਰਚ ਮੰਗਦੇ ਆ। ਰੱਬ ਦੇ ਪਿਆਰੇ ਮਹਾਰਾਜ ਜੀ, ਜਿਹੜੇ ਰਸਤੇ ਅਸੀਂ ਜਾਣਾ ਉਸ ਰਸਤੇ ਤੇ ਸਾਨੂੰ ਖਰਚਾ ਚਾਹੀਦਾ। ਖਰਚਾ ਕਿਹੜਾ ਚਾਹੀਦਾ? ਨਾਮ ਰੂਪੀ ਖਰਚਾ। ਉਹ ਖਰਚਾ ਜਦੋਂ ਵਾਹਿਗੁਰੂ ਜੀ ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਦਿੰਦੇ ਨੇ, ਉਹਦੇ ਸੇਵਕ ਫਿਰ ਉਸ ਖਰਚ ਨੂੰ ਖਾਂਦੇ ਨੇ। ਜਬੈ ਦੇ ਤਾਂ ਖਾਹੇ। ਜਦੋਂ ਸਾਹਿਬ ਜੀ ਆਪਣਾ ਨਾਮ ਰੂਪੀ ਖਰਚ ਦਿੰਦੇ ਆ ਤੇ ਉਹਦੇ ਪਿਆਰੇ ਉਹਦੇ ਕੋਲੋਂ ਨਾਮ ਰੂਪੀ ਖਰਚ ਲੈ ਕੇ ਫਿਰ ਖਾਂਦੇ ਨੇ, ਪੁੰਚਦੇ ਨੇ, ਮਾਣਦੇ ਨੇ। ਹਾਂਜੀ। ਦੀਵਾਨ ਏਕੋ ਕਲਮ ਏਕਾ, ਹਮਾ ਤੁਮਾ ਮੇਲ। ਪਰਮੇਸ਼ਰ ਦਾ ਦੀਵਾਨ ਇੱਕੋ ਅਕਾਲ ਪੁਰਖ ਦਾ ਹੀ ਉਹਨਾਂ ਨੂੰ ਦੀਵਾਨ ਆਸਰਾ ਹੈ। ਉਹ ਜਾਣਦੇ ਨੇ ਕਿ ਇੱਕੋ ਦੀ ਸਭਾ ਹੈ, ਇੱਕੋ ਦੇ ਹੱਥ ਵਿੱਚ ਹੁਕਮ ਰੂਪੀ ਕਲਮ ਹੈ, ਉਸੇ ਨੇ ਲੇਖਾ ਲੈਣਾ ਹੈ। ਉੱਥੇ ਹੀ ਸਾਡਾ ਤੁਹਾਡਾ ਸਾਰਿਆਂ ਦਾ ਜੀਵਾਂ ਦਾ ਮੇਲ ਹੋਣਾ ਹੈ, ਤੇ ਮਿਲ ਕੇ ਜਦੋਂ ਉੱਥੇ ਜਾਣਾ ਤੇ ਉਸ ਅਕਾਲ ਪੁਰਖ ਪਰਮੇਸ਼ਰ ਨੇ ਲੇਖਾ ਜੋਖਾ ਲੈਣਾ ਹੈ। ਦਰ ਲਏ ਲੇਖਾ ਪੀੜ ਛੁਟੈ, ਨਾਨਕਾ ਜਿਉ ਤੇਲ। ਉੱਥੇ ਜਦੋਂ ਵਾਹਿਗੁਰੂ ਦੀ ਦਰਗਾਹ 'ਚ ਜਾਣਾ ਹੈ ਤੇ ਫਿਰ ਉਹਨੇ ਲੇਖਾ ਲੈਣਾ। ਦਰ ਲਏ ਲੇਖਾ, ਉਹਨੇ ਲੇਖਾ ਲੈਣਾ ਆਪਣੇ ਦਰ ਦੇ ਉੱਤੇ, ਤੇ ਕਹਿੰਦੇ ਫਿਰ ਪੀੜ ਛੁੱਟੈ। ਫਿਰ ਜਦੋਂ ਉੱਥੇ ਪੀੜਾ ਦੇ ਨਾਲ ਇਹਨੇ ਵਿਆਕੁਲ ਹੋਣਾ, ਦੁਖੀ ਹੋਣਾ ਨਾ, ਲੇਖਾ ਮੰਗਿਆ ਜਾਣਾ, ਤੇ ਕਹਿੰਦੇ ਏਦਾਂ ਪੀੜਿਆ ਜਾਣਾ ਲੇਖੇ ਦੇ ਨਾਲ ਜਿਵੇਂ ਤਿਲ ਨਹੀਂ ਪੀਲੀ ਦੇ, ਨਾਨਕਾ ਜਿਉ ਤੇਲ। ਤੇਲ ਦਾ ਇੱਥੇ ਮਤਲਬ ਤਿਲ, ਜਿਵੇਂ ਤਿਲ ਪੀੜੇ ਜਾਂਦੇ ਨਾ ਕੋਲੂ 'ਚ, ਕਹਿੰਦੇ ਇਉਂ ਪੀੜਿਆ ਜਾਣਾ ਸੱਜਣਾ ਜਦੋਂ ਤੇਰੇ ਕੋਲੋਂ ਲੇਖਾ ਮੰਗਣਾ। ਉੱਥੇ ਇੱਕ ਇੱਕ ਸਕਿੰਟ ਦਾ ਹਿਸਾਬ ਕਿਤਾਬ, ਇੱਕ ਇੱਕ ਸਕਿੰਟ ਦਾ ਲੇਖਾ ਜੋਖਾ। ਉੱਥੇ ਫਿਰ ਛੁੱਟਣਾ ਔਖਾ ਹੋ ਜਾਣਾ। ਇਸ ਕਰਕੇ ਸੁਚੇਤ ਹੋ ਜਾ, ਸਾਵਧਾਨ ਹੋ ਜਾ। ਹਾਂਜੀ। ਪੌੜੀ ਆਪੇ ਹੀ ਕਰਣਾ ਕੀਓ, ਕਲ ਆਪੇ ਹੀ ਤੈ ਤਾਰੀਐ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਫਰਮਾਉਂਦੇ, ਆਪੇ ਹੀ ਕਰਣਾ ਕੀਓ। ਇਹ ਸਾਰਾ ਕੁਝ ਉਸ ਕਰਤਾ ਪੁਰਖ ਵਾਹਿਗੁਰੂ ਨੇ ਆਪ ਹੀ ਕੀਤਾ ਹੈ। ਕਲ ਆਪੇ ਹੀ ਤੈ ਧਾਰੀਐ, ਤੂੰ ਆਪ ਹੀ ਆਪਣੀ ਕਲਾ ਨਾਲ ਇਹ ਸਭ ਕੁਝ ਧਾਰਨ ਕੀਤਾ ਹੋਇਆ। ਯਾਨੀ ਕਿ ਇਹ ਜਿਤਨਾ ਵੀ ਇਹ ਪਸਾਰਾ ਇਹ ਤੇਰੇ ਆਸ਼ਰਿਤ ਹੈ ਵਾਹਿਗੁਰੂ, ਇਹ ਤੇਰੇ ਆਧਾਰ ਤੇ ਟਿਕਿਆ ਹੋਇਆ, ਸਭ ਕੁਝ ਤੇਰੇ ਆਸਰੇ ਤੇ ਟਿਕਿਆ ਹੋਇਆ। ਤੂੰ ਇਸ ਸਾਰੀ ਸ੍ਰਿਸ਼ਟੀ ਦਾ, ਤੂੰ ਇਹ ਸਾਰੇ ਸੰਸਾਰ ਦਾ ਮਾਲਕ ਹੈ ਵਾਹਿਗੁਰੂ। ਇਹ ਸਭ ਕੁਝ ਤੂੰ ਆਪ ਹੀ ਧਾਰਨ ਕੀਤਾ ਹੋਇਆ। ਦੇਖੈ ਕੀਤਾ ਆਪਣਾ, ਧਰ ਕੱਚੀ ਪੱਕੀ ਸਾਰੀਐ। ਤੂੰ ਆਪਣਾ ਕੀਤਾ ਆਪ ਹੀ ਵੇਖਦਾ ਏ। ਜਿੰਨੀਆਂ ਕੱਚੀਆਂ ਪੱਕੀਆਂ ਨਰਦਾਂ ਨੇ ਨਾ ਸੰਸਾਰ ਦੇ ਜੀਵ, ਕੱਚੀ ਦਾ ਮਤਲਬ ਪਾਪੀ ਤੇ ਪੱਕੀ ਦਾ ਮਤਲਬ ਪੁੰਨੀ। ਇਹ ਜਿਵੇਂ ਚੌਪੜ ਖੇਡਿਆ ਜਾਂਦਾ ਸੀ ਨਾ ਪਹਿਲੇ ਸਮਿਆਂ 'ਚ, ਤੇ ਚੌਪੜ ਦੇ ਵਿੱਚ ਨਰਦਾਂ ਹੁੰਦੀਆਂ ਸੀ, ਨਰਦਾਂ ਪੱਕੀਆਂ ਕਰਦੇ ਸੀ। ਜਿਹੜੀ ਪੱਕੀ ਨਰਦ ਹੁੰਦੀ ਸੀ ਉਹਨੂੰ ਮਾਰਿਆ ਨਹੀਂ ਸੀ ਜਾ ਸਕਦਾ, ਕੱਚੀ ਨਰਦਾਂ ਜਿਹੜੀ ਸੀ ਉਹ ਮਾਰੀ ਜਾਂਦੀ ਸੀ। ਮਹਾਰਾਜ ਜੀ ਕਹਿੰਦੇ ਜਿਹੜੇ ਸੰਸਾਰ ਵਿੱਚ ਪਾਪੀ ਨੇ ਉਹਨੇ ਕੱਚੀਆਂ ਨਰਦਾਂ, ਜਿਹੜੇ ਪੁੰਨੀ ਨੇ ਉਹ ਪੱਕੀਆਂ ਨਰਦਾਂ ਨੇ।
ਮਾਰੇ ਤਾਂ ਨਹੀਂ ਜਾਂਦੇ ਹੋ। ਇਹ ਸਾਰੇ ਪਾਪੀ ਤੇ ਪੁੰਨੀ, ਇਹਨਾਂ ਸਾਰਿਆਂ ਦੀ ਸਾਰੀਆ ਸੰਭਾਲ ਹੈ ਵਾਹਿਗੁਰੂ ਤੂੰ ਆਪ ਕਰਦਾ, ਕਿਉਂਕਿ ਪੈਦਾ ਤੇਰੇ ਕੀਤੇ ਹੋਏ ਨੇ, ਇਹ ਬਣਾਏ ਤੇਰੇ ਹੋਏ ਨੇ। ਸਭ ਨੂੰ ਤੂੰ ਵੇਖ ਰਿਹਾ ਕਿਹੜਾ ਪਾਪੀ ਹੈ ਕਿਹੜਾ ਪੁੰਨੀ ਹੈ। ਇੱਥੇ ਗੱਲਾਂ ਨਾਲ ਕੋਈ ਪੁੰਨੀ ਬਣੀ ਫਿਰੇ, ਪਰ ਵੇਖਣਾ ਤਾਂ ਪਰਮੇਸ਼ਰ ਨੇ ਆ ਨਾ ਵੀ ਇਹ ਪੁੰਨੀ ਹੈ ਕਿ ਨਹੀਂ। ਪਾਪੀ ਵੀ ਉਹਨੇ ਵੇਖਣਾ ਤੇ ਪੁੰਨੀ ਵੀ ਉਸੇ ਨੇ ਵੇਖਣਾ। ਸਭ ਦੇ ਉੱਤੇ ਹੈ ਵਾਹਿਗੁਰੂ ਜੀ ਤੁਹਾਡੀ ਨਿਗਾਹ ਹੈ, ਤੁਹਾਡੀ ਨਜ਼ਰ ਹੈ, ਤੁਸੀਂ ਸਾਰਿਆਂ ਨੂੰ ਵੇਖ ਰਹੇ ਹੋ। ਇਹ ਸਾਰਾ ਸੰਸਾਰ ਮਹਾਰਾਜ ਜੀ ਤੁਹਾਡਾ ਕੀਤਾ ਹੋਇਆ ਹੈ, ਇਹ ਸਾਰੀ ਸ੍ਰਿਸ਼ਟੀ ਤੁਹਾਡੇ ਆਸਰੇ ਤੇ ਹੈ। ਜੋ ਆਇਆ ਸੋ ਚੱਲਸੀ, ਸਭ ਕੋਈ ਆਈ ਵਾਰੀ ਹੈ। ਜਿਹੜਾ ਵੀ ਜੀਵ ਇਹ ਸੰਸਾਰ ਵਿੱਚ ਆਇਆ ਉਹਨੇ ਚੱਲ ਸੀ ਜਾਣਾ ਹੀ ਜਾਣਾ। ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹਮ ਭੀ ਚਲਨਾ, ਦੂਰ ਗਵਨ ਸਿਰ ਉਪਰ ਮਰਨਾ। ਜੋ ਆਇਆ ਸੋ ਚੱਲ ਸੀ, ਜਿਹੜਾ ਆਇਆ ਉਹ ਚੱਲੇਗਾ ਜਾਏਗਾ, ਇਹੀ ਅਵਸ਼ ਹੈ, ਇਹੀ ਸੱਚ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਤੇ ਕੀ ਕਰਨਾ ਚਾਹੀਦਾ? ਨੌਵੇਂ ਪਾਤਸ਼ਾਹ ਕਹਿੰਦੇ ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਜਿਹੜਾ ਆਇਆ ਉਹਨੇ ਚੱਲਣਾ ਹੀ ਚੱਲਣਾ ਇਸ ਸੰਸਾਰ ਤੋਂ। ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਇਹ ਸੰਸਾਰ ਦੀ ਰਚਨਾ ਪਰਮੇਸ਼ਰ ਨੇ ਐਸੀ ਰਚੀ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਸਭ ਦੀ ਵਾਰੀ ਆਉਣੀ ਹੈ। ਕਿਤਨਿਆਂ ਦੀ ਆ ਗਈ ਚਲੇ ਗਏ, ਕਿਤਨਿਆਂ ਦੀ ਆ ਰਹੀ ਹੈ। ਜਿਹੜੇ ਰਹਿ ਗਏ ਨੇ ਵਾਰੀ ਉਹਨਾਂ ਦੀ ਵੀ ਆ ਜਾਣੀ। ਇੱਕ ਚੱਲੇ ਇੱਕ ਚੱਲ ਗਏ, ਰਹਿੰਦੇ ਭੀ ਫੁਨ ਜਾਏ। ਇਹ ਹੈ ਸੰਸਾਰ ਦੀ ਰਚਨਾ। ਜਗ ਰਚਨਾ ਸਭ ਝੂਠ ਹੈ, ਜਾਨ ਲਿਹੋਰੇ ਮੀਤ। ਇਹ ਸੰਸਾਰ ਦੀ ਰਚਨਾ ਹੀ ਐਸੀ ਪਰਮੇਸ਼ਰ ਨੇ ਰਚੀ ਹੈ। ਸਭ ਕੋਈ ਆਈ ਵਾਰੀ ਹੈ, ਸਭ ਦੀ ਵਾਰੀ ਆਉਣੀ ਹੈ। ਜਿਸ ਕੇ ਜੀ ਪ੍ਰਾਣ ਹੈ, ਕਿਉ ਸਾਹਿਬ ਮਨ ਹੋ ਵਿਸਾਰੀਐ। ਜਿਸ ਵਾਹਿਗੁਰੂ ਪਰਮੇਸ਼ਰ ਦੇ ਇਹ ਜੀ ਨੇ, ਆ ਜਿਹੜਾ ਇਹ ਜੀਵ ਆਤਮਾ ਤਾਂ ਪਰਮੇਸ਼ਰ ਦੀ ਹੈ ਨਾ ਦਿੱਤੀ ਹੋਈ, ਪ੍ਰਾਣ ਵੀ ਉਸੇ ਦੇ ਨੇ, ਆ ਜੀ ਵੀ ਉਸੇ ਦਾ ਤੇ ਪ੍ਰਾਣ ਵੀ ਉਸੇ ਦੇ ਨੇ। ਕਹਿੰਦੇ ਜਿਸ ਦੇ ਜੀ ਪ੍ਰਾਣ ਨੇ, ਹੇ ਮੇਰਿਆ ਮਨਾ ਉਹਨੂੰ ਆਪਣੇ ਹਿਰਦੇ 'ਚ ਕਿਉਂ ਵਿਸਾਰਦਾ? ਜਿਸ ਦਾ ਸਭ ਕੁਝ ਹੈ ਉਹਨੂੰ ਕਿਉਂ ਵਿਸਾਰਦਾ? ਤੇਰਾ ਹੈ ਕੀ? ਨਾ ਤੇਰਾ ਜੀ ਤੇਰਾ, ਨਾ ਤੇਰੇ ਪ੍ਰਾਣ ਤੇਰੇ। ਜਿਸ ਦੇ ਦਿੱਤੇ ਹੋਏ ਨੇ ਉਹਨੂੰ ਤੂੰ ਕਿਉਂ ਭੁਲਾਈ ਫਿਰਦਾ? ਉਹਨੂੰ ਤੂੰ ਕਿਉਂ ਹਿਰਦੇ 'ਚ ਵਿਸਾਰੀ ਬੈਠਾ? ਇਸੇ ਕਰਕੇ ਗੁਰਸਿੱਖ ਅਰਦਾਸਾਂ ਕਰਦੇ ਨੇ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਮੈਨੂੰ ਵਿਸਰਿਓ ਨਾ, ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ। ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ। ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਜੀ ਸਾਡੇ ਹਿਰਦਿਆਂ ਚੋਂ ਨਾ ਵਿਸਰੋ। ਪਾਤਸ਼ਾਹ ਵੀ ਕਹਿੰਦੇ ਆ, ਸੱਜਣਾ ਜਿਹਦੇ ਜੀ ਪ੍ਰਾਣ ਨੇ ਉਹਨੂੰ ਆਪਣੇ ਹਿਰਦੇ ਚੋਂ ਕਿਉਂ ਵਿਸਾਰਦਾ? ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਐ।
ਆਪਣੇ ਉਸ ਸਾਹਿਬ ਨੂੰ ਕਿਉਂ ਆਪਣੇ ਮਨੋਂ ਵਿਸਾਰਦਾ ਹੈ? ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਹੱਥ ਤੇ ਹੱਥ ਧਰ ਕੇ ਨਾ ਬਹਿ ਰਹੀ ਕਿ ਕਿਸੇ ਦੂਜੇ ਨੇ ਆ ਕੇ ਕੁਝ ਕਰਨਾ ਹੈ। ਸੱਜਣਾ, ਇਹ ਕਾਰਜ ਤੇਰਾ ਆਪਣਾ ਭਜਨ ਕਰਨ ਵਾਲਾ, ਇਹ ਤੈਨੂੰ ਆਪ ਹੀ ਕਰਨਾ ਪੈਣਾ। ਇਹ ਥੋੜੀ ਹੈ ਵੀ ਤੂੰ ਆਪਣੀ ਜਗ੍ਹਾ ਤੇ ਕਿਸੇ ਦੂਜੇ ਨੂੰ ਮਾਲਾ ਫੜਾ ਕੇ ਬਿਠਾ ਦੇ ਵੀ ਮੇਰੇ ਹਿੱਸੇ ਦਾ ਭਜਨ ਕਰੀ ਚੱਲ ਤੇ ਮੈਂ ਪਾਪ ਕਰੀ ਜਾਵਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਤੇਰਾ ਆਪਣਾ ਕਾਰਜ ਆ, ਆਪਣੇ ਹੱਥੀਂ ਆਪ ਕਰ, ਆਪ ਭਜਨ ਕਰ। ਜਿਵੇਂ ਪ੍ਰਸ਼ਾਦਾ ਆਪ ਛਕਣਾ ਪੈਂਦਾ ਨਾ, ਏਦਾਂ ਭਜਨ ਵੀ ਆਪ ਕਰ, ਆਪ ਬੰਦਗੀ ਕਰ ਪਰਮੇਸ਼ਰ ਦੀ। ਆਪਣੇ ਹੱਥੀਂ ਆਪਣਾ ਕਾਜ ਆਪ ਸਵਾਰ। ਇਹ ਜਨਮ ਬਾਰ-ਬਾਰ ਨਹੀਂ ਜੇ ਮਿਲਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।